1914 ਦੇ ਵਿੱਚ ਵਿਸ਼ਵ ਜੰਗ ਲੱਗੀ ਸੀ, ਪਹਿਲੀ ਵਰਲਡ ਵਾਰ ਜਿਹਨੂੰ ਕਹਿੰਦੇ ਆ, ਪਹਿਲੀ ਵਰਲਡ ਵਾਰ। ਅਤੇ ਇਹ ਸੰਗਤ ਜੀ ਉੱਧਰ ਜਰਮਨ ਅਤੇ ਫਰਾਂਸ ਦੇ ਇਲਾਕਿਆਂ ਦੇ ਵਿੱਚ ਲੱਗੀ ਹੋਈ ਸੀ। ਬਹੁਤ ਸਾਰੇ ਦੇਸ਼ ਜਰਮਨ ਵਾਲੇ ਪਾਸੇ ਹੋ ਗਏ, ਬਹੁਤ ਸਾਰੇ ਦੇਸ਼ ਇੱਧਰ ਹੋ ਗਏ, ਫਰਾਂਸ ਵਾਲੇ ਪਾਸੇ ਨੂੰ ਹੋ ਗਏ। ਅਤੇ ਉੱਧਰ ਦੇ ਲੋਕਾਂ ਨੇ ਸੰਗਤ ਜੀ ਕਹਿੰਦੇ ਹੈ ਕਿ ਫਰਾਂਸ ਵਾਲਿਆਂ ਨੂੰ ਬੜਾ ਨੁਕਸਾਨ ਕੀਤਾ ਸੀ। ਗੋਰੇ ਇੱਧਰ ਸਨ ਅਤੇ ਇਹਨਾਂ ਨੇ ਫਿਰ ਇੱਧਰੋਂ ਭਾਰਤ ਵਾਲੇ ਪਾਸੇ ਤੋਂ ਫੌਜ ਮੰਗਾਈ ਸੀ ਕਿ ਆਓ ਅਤੇ ਸਾਡੀ ਇੱਥੇ ਰੱਖਿਆ ਹੋਵੇ। ਇੱਧਰੋਂ ਫਿਰ ਸੰਗਤ ਜੀ ਸਿੱਖਾਂ ਦੀ ਫੌਜ ਗਈ ਸੀ। ਤਕਰੀਬਨ ਕਹਿੰਦੇ ਹੈ ਕਿ 1 ਲੱਖ ਦੇ ਕਰੀਬ ਸਿੱਖਾਂ ਦੀ ਫੌਜ ਇੱਥੋਂ ਗਈ ਸੀ। ਉਹਨਾਂ ਦੇ ਵਿੱਚ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਵੀ ਮਹਾਂਪੁਰਸ਼ ਸਨ, ਉਹਨਾਂ ਦਾ ਵੀ ਜ਼ਿਕਰ ਮਿਲਦਾ ਹੈ। ਬਾਬਾ ਮੱਘਰ ਸਿੰਘ ਸਾਹਿਬ ਜੀ ਵੀ ਮਹਾਂਪੁਰਖ ਸੰਗਤ ਜੀ ਗਏ ਸਨ। ਹੋਰ ਵੀ ਅਨੇਕਾਂ ਸੰਤ ਮਹਾਂਪੁਰਸ਼ ਰੱਬ ਦੇ ਪਿਆਰੇ ਉਸ ਫੌਜ ਦੇ ਵਿੱਚ ਨਾਲ ਸਨ। ਤੋਂ 1914 ਦੇ ਵਿੱਚ ਸੰਗਤ ਜੀ ਇੱਥੋਂ ਭਾਰਤ ਤੋਂ ਉੱਧਰ ਨੂੰ ਜਾਣ ਵਾਸਤੇ ਮੁੰਬਈ ਤੱਕ ਆਏ। ਇੱਥੋਂ ਫਿਰ ਅੱਗੇ ਬੇੜੇ ਵਿੱਚ ਰਵਾਨਾ ਹੋਏ ਸੀ। ਲੰਮੇ ਪ੍ਰਸੰਗ ਹੈ, ਆਪਾਂ ਕਈ ਵਾਰ ਮਹਾਂਪੁਰਖਾਂ ਦੇ ਜੀਵਨ ਦੇ ਪ੍ਰਸੰਗ ਸੁਣਦੇ ਹੀ ਹੈ। ਅਤੇ ਆਓ ਜਿਵੇਂ ਹੁਣ ਇੱਥੇ ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਦੇ ਜੀਵਨ ਦੀ ਅਗਲੀ ਫਿਰ ਵਾਰਤਾ ਲਿਖਦੇ ਆ ਕੁਝ, ਉਹ ਆਪਾਂ ਸੁਣੀਏ। ਤੋਂ ਅੱਗੇ ਫਿਰ ਫਰਮਾਉਂਦੇ ਨੇ ਉਹਨਾਂ ਦੇ ਜੀਵਨ ਦੀਆਂ ਕੁਝ ਝਾਤੀਆਂ ਜੋ ਉਹਨਾਂ ਨੇ ਫੌਜ ਵਿੱਚ ਜ਼ਿੰਮੇਵਾਰੀ ਨਿਭਾਈ ਸੀ, ਉਹ ਆਪਾਂ ਨਾਲ ਨਾਲ ਪਿਆਰ ਨਾਲ ਸਰਵਣ ਕਰਦੇ ਹਾਂ। ਰਾਮਗੜ੍ਹ ਪਿੰਡ ਵਾਲੇ ਬੜੇ ਹੀ ਪਿਆਰ ਵਾਲੇ ਸੰਤ ਬਾਬਾ ਮੱਘਰ ਸਿੰਘ ਜੀ, ਹਾਂ, ਜਿਹੜੇ ਕਹਿੰਦੇ ਚਾਹੇ ਫੌਜ ਵਿੱਚ ਭਰਤੀ ਸਨ, ਪਲਟਨ 'ਚ ਗਏ ਸਨ, ਉੱਥੇ ਵੀ ਜਾ ਕੇ ਅਤੇ ਉਹਨਾਂ ਨੇ ਆਪਣੀ ਗੁਰਮਤ ਨਹੀਂ ਛੱਡੀ। ਗੁਰਮਤ ਦਾ ਪੂਰਾ ਪ੍ਰਚਾਰ ਪ੍ਰਸਾਰ ਕੀਤਾ ਹੈ। ਅਤੇ ਉਹਨਾਂ ਲੋਕਾਂ ਦੇ ਲਈ ਸੰਗਤ ਜੀ ਇੱਕ ਉਦਾਹਰਨ ਹੈ ਬਾਬਾ ਜੀ ਦਾ ਜੀਵਨ। ਜਿਹੜੇ ਲੋਕ ਦੇਸੋਂ ਪ੍ਰਦੇਸ ਜਾ ਕੇ ਅਤੇ ਆਪਣੀ ਸਿੱਖੀ ਨੂੰ ਤਿਆਗ ਦਿੰਦੇ ਹੈ, ਜਾਂ ਕਈ ਇਹੋ ਜਿਹੇ ਕੰਮ ਕਰਦੇ, ਕਹਿੰਦੇ ਜੀ ਇਹ ਕੰਮ ਦੇ ਵਿੱਚ ਫਿਰ ਸਿੱਖੀ ਨਹੀਂ ਨਿਭ ਸਕਦੀ ਹੈ, ਇਸ ਕਰਕੇ ਜੀ ਸਿੱਖੀ ਸਾਡਾ ਬੰਧਨ ਹੈ, ਅਸੀਂ ਆਜ਼ਾਦ ਹੋ ਕੇ ਕੰਮ ਕਾਰ ਕਰਨ। ਹੈ ਤਾਂ ਉਹਨਾਂ ਦਾ ਮਨ ਸੰਗਤ ਜੀ ਮਾੜਾ, ਤਾਂ ਕਰਕੇ ਉਹ ਬਹਾਨੇ ਬਣਾ ਕੇ ਅਤੇ ਸਿੱਖੀ ਨੂੰ ਹੀ ਕਈ ਪਰੇ ਤਿਆਗ ਦਿੰਦੇ ਨੇ। ਪਰ ਬਾਬਾ ਮੱਘਰ ਸਿੰਘ ਸਾਹਿਬ ਜੀ ਸਿੱਖੀ ਵਿੱਚ ਵੀ ਪਰਪੱਕ ਹੈ, ਔਰ ਜੋ ਸਿੱਖਾਂ ਦੀ ਰਹਿਤ ਬੈਤ ਹੈ ਉਹ ਵੀ ਮਹਾਂਪੁਰਖਾਂ ਨੇ ਪੂਰੀ ਦੀ ਪੂਰੀ ਜਿਉਂ ਦੀ ਤਿਉਂ ਰੱਖੀ ਹੈ। ਕਈ ਦਫਾ ਗੋਰਿਆਂ ਦੇ ਨਾਲ ਇਸ ਵਿਸ਼ੇ 'ਤੇ ਮਹਾਂਪੁਰਖਾਂ ਨੇ ਵਿਚਾਰ ਵੀ ਕੀਤੀ ਹੈ। ਤੋ ਇੱਥੇ ਦੱਸਦੇ ਹੈ ਬਾਬਾ ਗੁਰਬਚਨ ਸਿੰਘ ਜੀ ਕਿ ਕਹਿੰਦੇ ਜਿਨ੍ਹਾਂ ਨੇ ਪਲਟਨ ਵਿੱਚ ਜਾ ਕੇ ਵੀ, ਫੌਜ ਵਿੱਚ ਜਾ ਕੇ ਵੀ ਬੜਾ ਭਾਰੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਹਾਂ, ਇੱਥੇ ਸੰਗਤ ਜੀ ਬਚਨ ਕੀਤੇ ਮਹਾਂਪੁਰਸ਼ਾਂ ਨੇ। ਆਪਾਂ ਕਈ ਵਾਰੀ ਸੰਗਤ ਜੀ ਕਥਾ ਕੀਤੀ ਅਤੇ ਦਾਸ ਨੇ ਵੀ ਕਈ ਵਾਰੀ ਇਹ ਕਿਹਾ ਹੈ ਕਿ ਮਹਾਂਪੁਰਸ਼ਾਂ ਨੇ ਆਪਣੀ ਜ਼ਿੰਦਗੀ 'ਚ 5 ਸਾਲ ਬੜਾ ਭਾਰੀ ਪ੍ਰਚਾਰ ਕੀਤਾ। ਪਰ ਜਦੋਂ ਇਹ ਗ੍ਰੰਥ ਪੜ੍ਹਿਆ ਤਾਂ ਇੱਥੇ ਲਿਖਿਆ ਕਿ 10 ਸਾਲ ਤੱਕ ਉਹਨਾਂ ਨੇ ਪ੍ਰਚਾਰ ਕੀਤਾ। ਪੂਰਾ ਸੰਗਤ ਜੀ ਕਹਿੰਦੇ ਗੁਰਸਿੱਖੀ ਦਾ, ਗੁਰਮਤ ਦਾ ਬੜਾ ਭਾਰੀ ਪ੍ਰਚਾਰ ਕੀਤਾ। ਫਿਰ ਕੋਸ਼ਿਸ਼ ਕੀਤੀ ਕਿ 10 ਸਾਲ ਕਿਵੇਂ ਬਣੇ, ਤਾਂ ਫਿਰ ਉਹਨਾਂ ਦੇ ਜੀਵਨ ਪੜ੍ਹਿਆ, ਪਤਾ ਚੱਲਿਆ ਕਿ ਜਦੋਂ ਉੱਧਰ ਗਏ 1914 ਦੇ ਵਿੱਚ, ਅਤੇ ਉੱਥੇ ਵੀ ਤਾਂ ਪ੍ਰਚਾਰ ਹੀ ਕਰਦੇ ਰਹੇ ਸਨ। ਕਿੰਨਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ, ਕਿੰਨੇ ਅੰਮ੍ਰਿਤ ਛਕਾਏ, ਅਖੰਡ ਪਾਠ ਸਾਹਿਬ ਉਹਨਾਂ ਮਹਾਂਪੁਰਖਾਂ ਨੇ ਕੀਤੇ। ਲੜੀਆਂ ਜਲਾ ਕੇ ਅਖੰਡ ਪਾਠ ਸਾਹਿਬ ਕਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਬਗਦਾਦ ਵਿੱਚ ਜਾ ਕੇ ਵੀ। ਉਹ ਵੀ ਅੱਗੇ ਸੁਣਦੇ ਹਾਂ ਪ੍ਰਸੰਗ। ਤੋ ਇੱਦਾਂ ਉਹ ਫਿਰ ਮੈਂ ਹਿਸਾਬ ਲਾਇਆ ਜੀ ਕਿ ਵਾਕਈ 14 ਤੋਂ ਲੈ ਕੇ ਅਤੇ 24 ਤੱਕ ਤਾਂ ਬਣਦੇ ਤਾਂ 10 ਸਾਲ ਹੀ ਨੇ। ਇੱਦਾਂ 10 ਸਾਲ ਮਹਾਂਪੁਰਖ ਇੱਥੇ ਲਿਖ ਰਹੇ ਕਿ 10 ਸਾਲ ਤੱਕ ਲਗਾਤਾਰ ਹੀ ਕਹਿੰਦੇ ਗੁਰਮਤ ਦਾ ਪ੍ਰਚਾਰ ਕੀਤਾ ਹੈ। ਗੁਰਮਤ ਘਰ ਘਰ ਵਿੱਚ ਜਾ ਕੇ ਦਿੱਤੀ। ਹੁਣ ਇੱਥੇ ਸੰਗਤ ਜੀ ਜਦੋਂ ਫੌਜ ਵਿੱਚ ਗਏ ਸਨ, ਉੱਥੇ ਗੋਲੀਆਂ ਚੱਲਦੀਆਂ ਸੀ, ਤੋਪਾਂ ਚੱਲਦੀਆਂ, ਬੰਬ ਡਿੱਗਦੇ ਆ ਕੇ, ਅਤੇ ਸਾਰੇ ਜਿੰਨੇ ਗੋਰੇ ਸਨ ਉਹਨਾਂ ਨੇ ਸਿਰਾਂ 'ਤੇ ਟੋਪੀਆਂ ਪਾਈਆਂ ਹੁੰਦੀਆਂ ਸੀ। ਅਤੇ ਉਹਨਾਂ ਨੇ ਜਿਹੜੇ ਸਿੱਖ ਸਨ ਇਹ ਸਾਰੇ ਦਸਤਾਰਾਂ ਸਜਾਉਂਦੇ ਸੀ, ਵੱਡੀਆਂ ਵੱਡੀਆਂ ਦਸਤਾਰਾਂ, ਦੁਮਾਲੇ ਸਜਾਏ ਹੋਏ ਸਨ। ਅਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਟੋਪੀਆਂ ਲੈਣੀਆਂ ਪੈਣਗੀਆਂ। ਅਤੇ ਉਸ ਸਮੇਂ ਸਿੱਖਾਂ ਨੇ ਕਿਹਾ ਕਿ ਨਹੀਂ ਜੀ, ਇਹ ਤਾਂ ਸਾਡੇ ਧਰਮ ਦੇ ਵਿਰੁੱਧ ਹੈ, ਕਿਉਂਕਿ ਸਾਡੇ ਰਹਿਤਨਾਮਿਆਂ ਵਿੱਚ ਲਿਖਿਆ ਕਿ ਹੋਏ ਸਿੱਖ ਸਿਰ ਟੋਪੀ ਧਰੈ, 7 ਜਨਮ ਕੁਸ਼ਤੀ ਹੋਏ ਮਰੈ। ਰਹਿਤਨਾਮਿਆਂ ਦੇ ਬਚਨ ਕਿ ਸਿੱਖ ਹੋ ਕੇ ਸਿਰ 'ਤੇ ਟੋਪੀ ਰੱਖ ਲਵੇ, ਉਹ 7 ਜਨਮ ਕੋਹੜੀ ਹੋ ਕੇ ਮਰਦਾ ਰਹੇਗਾ।
ਐਸਾ ਸੰਗਤ ਜੀ ਕਹਿੰਦੇ ਸਾਨੂੰ ਦਿੱਤਾ ਹੈ ਗੁਰੂ ਨੇ ਗੁਰਮਤਿ ਦਾ ਦਾਨ, ਕਿ ਸਿੱਖ ਨੇ ਕਦੀ ਸਿਰ ਤੇ ਟੋਪੀ ਨਹੀਂ ਰੱਖਣੀ ਹੈ। ਟੋਪੀ ਗੁਲਾਮੀ ਦਾ ਪ੍ਰਤੀਕ ਹੈ, ਦਸਤਾਰ ਆਜ਼ਾਦੀ ਦਾ ਪ੍ਰਤੀਕ ਹੈ, ਦਸਤਾਰ ਪਾਤਸ਼ਾਹਤ ਦੀ ਨਿਸ਼ਾਨੀ ਹੈ, ਰਾਜੇ ਮਹਾਰਾਜਿਆਂ ਦੀ ਨਿਸ਼ਾਨੀ ਹੈ। ਤੋ ਉਸ ਸਮੇਂ ਉਹਨਾਂ ਗੋਰਿਆਂ ਨੇ ਕਿਹਾ ਕਿ ਤੁਹਾਨੂੰ ਟੋਪੀ ਰੱਖਣੀ ਪਏਗੀ। ਸਿੰਘਾਂ ਨੇ ਕਿਹਾ ਕਿ ਨਹੀਂ, ਅਸੀਂ ਟੋਪੀ ਨਹੀਂ ਰੱਖਣੀ। ਉਹਨਾਂ ਸਖਤੀ ਕੀਤੀ, ਬਾਬਾ ਜੀ ਕੋਲੇ ਖਬਰ ਪਹੁੰਚੀ ਤੇ ਬਾਬਾ ਜੀ ਕਹਿੰਦੇ ਨਹੀਂ, ਸਾਡਾ ਧਰਮ ਇਹ ਟੋਪੀ ਰੱਖਣ ਦੀ ਆਗਿਆ ਨਹੀਂ ਸਾਨੂੰ ਦਿੰਦਾ ਹੈ। ਅਸੀਂ ਤੁਹਾਡੇ ਨਾਲ ਆਏ ਹੈ, ਤੁਹਾਡੀ ਫੌਜ ਵਿੱਚ ਭਰਤੀ ਹੈ, ਬਾਕੀ ਸਾਰੇ ਕੰਮ ਅਸੀਂ ਕਰਾਂਗੇ, ਪਰ ਜਿਹੜਾ ਸਾਡੇ ਧਰਮ ਦੀਆਂ ਨਿਸ਼ਾਨੀਆਂ ਦੇ ਵਿਰੁੱਧ ਕੋਈ ਕੰਮ ਹੋਏਗਾ ਉਹ ਅਸੀਂ ਬਿਲਕੁਲ ਨਹੀਂ ਕਰਨਾ। ਟੋਪੀ ਅਸੀਂ ਬਿਲਕੁਲ ਨਹੀਂ ਧਾਰਨ ਕਰਨੀ ਹੈ। ਤੇ ਮਹਾਂਪੁਰਸ਼ਾਂ ਨੇ ਸੰਗਤ ਜੀ ਫਿਰ ਟੋਪੀ ਨਹੀਂ ਧਾਰਨ ਕੀਤੀ ਸੀ। ਬਹੁਤ ਸਾਰੇ ਕੋ ਢਿੱਲੇ ਲੋਕ ਵੀ ਸਨ, ਉਹਨਾਂ ਨੇ ਕਿਹਾ ਠੀਕ ਹੈ ਕੋਈ ਨਹੀਂ ਧਾਰਨ ਕਰ ਲੈ, ਉਹਨਾਂ ਫਿਰ ਟੋਪੀਆਂ ਪਾ ਵੀ ਲਈਆਂ ਸਨ ਕਈਆਂ ਨੇ। ਫਿਰ ਜਦੋਂ ਬਾਬਾ ਜੀ ਨੇ ਪੂਰੀ ਸੰਗਤ ਜੀ ਉੱਥੇ ਜਾ ਕਰਕੇ ਤੇ ਇਹ ਪ੍ਰਚਾਰ ਕਰ ਦਿੱਤਾ, ਦ੍ਰਿੜਤਾ ਦੇ ਨਾਲ ਨਾ ਕਰ ਦਿੱਤੀ ਕਿ ਅਸੀਂ ਟੋਪੀ ਨਹੀਂ ਪਾਉਣੀ, ਫਿਰ ਸੁਣ ਕੇ ਤੇ ਬਹੁਤਿਆਂ ਨੇ ਫਿਰ ਲਾ ਕੇ ਦੁਬਾਰਾ ਫਿਰ ਦਸਤਾਰਾਂ ਸਜਾ ਲਈਆਂ ਸਨ। ਤੋ ਇਸ ਤਰ੍ਹਾਂ ਉਹਨਾਂ ਨੇ ਦ੍ਰਿੜਤਾ ਰੱਖੀ। ਤੇ ਇਸ ਗੱਲ ਦਾ ਸੰਗਤ ਜੀ ਹਵਾਲਾ ਅਖੰਡ ਕੀਰਤਨੀ ਜਥੇ ਦੇ ਜਿਹੜੇ ਭਾਈ ਰਣਧੀਰ ਸਿੰਘ ਜੀ ਹੋਏ ਨੇ ਪਹਿਲੇ ਜਥੇਦਾਰ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਭਾਰੀ ਭੁਜਾਨ ਕੋ ਭਾਰੀ ਭਰੋਸੋ। ਉਸ ਕਿਤਾਬ ਵਿੱਚ ਵੀ ਬਾਬਾ ਮੱਘਰ ਸਿੰਘ ਜੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਹੈ। ਪੜ੍ਹੀ ਦਾਸ ਨੇ ਉਹ ਕਿਤਾਬ, ਉਹਦੇ ਵਿੱਚ ਉਹ ਲਿਖਦੇ ਹੈ ਇੱਦਾਂ ਹੀ। ਉਹਨਾਂ ਨੇ ਕੇਸਾਂ ਦੇ ਸੰਬੰਧ ਵਿੱਚ ਗੱਲ ਕੀਤੀ, ਦਸਤਾਰ ਦੇ ਸੰਬੰਧ ਵਿੱਚ। ਉਹਨਾਂ ਕਿਹਾ ਕਿ ਹੁਣ ਦੇ ਜ਼ਮਾਨੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹੈ ਸਾਡੇ ਸਿੱਖ, ਤੇ ਉਹ ਟੋਪੀਆਂ ਵਾਲੇ ਪਾਸੇ ਨੂੰ ਹੋ ਗਏ ਆ, ਕਹਿੰਦੇ ਟੋਪੀਆਂ ਪਾ ਲੈਣੀਆਂ ਚਾਹੀਦੀਆਂ ਨੇ। ਪਰ ਉਹਨਾਂ ਦੱਸਿਆ ਕਿ ਨਹੀਂ, ਟੋਪੀ ਸਾਡੇ ਧਰਮ ਦਾ ਚਿੰਨ੍ਹ ਨਹੀਂ ਹੈ। ਸਾਡੇ ਧਰਮ ਦਾ ਚਿੰਨ੍ਹ ਦਸਤਾਰ ਹੈ, ਸਿਰ 'ਤੇ ਦਸਤਾਰ ਹੀ ਹੋਣੀ ਚਾਹੀਦੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬੋਲ ਹਨ, ਸਾਬਤ ਸੂਰਤ ਦਸਤਾਰ ਸਿਰਾ, ਕਿ ਸਾਬਤ ਸੂਰਤ ਹੋ ਕੇ ਰਵੇ ਤੇ ਸਿਰ 'ਤੇ ਦਸਤਾਰ ਸਜਾਵੇ। ਕਹਿੰਦੇ ਇਸ ਕਰਕੇ ਅਸੀਂ ਤਾਂ ਦਸਤਾਰ ਸਜਾਉਣੀ। ਤੇ ਉਹਨਾਂ ਨੇ ਉਦਾਹਰਨ ਦਿੱਤੀ ਸੰਗਤ ਜੀ ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ। ਕਹਿੰਦੇ ਦੇਖ ਲਓ ਸਾਧ ਸੰਗਤ, ਕਹਿੰਦੇ ਸਿੱਖ ਫੌਜੀ ਹੋਏ ਹੈ, ਬਾਬਾ ਮੱਘਰ ਸਿੰਘ ਸਾਹਿਬ ਸੰਤ, ਉਹ ਫੌਜ ਦੇ ਵਿੱਚ ਭਰਤੀ ਸਨ। ਉਹਨਾਂ ਨੇ ਡਟ ਕੇ ਟੋਪੀ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਅਸੀਂ ਫੌਜ ਛੱਡ ਸਕਦੇ ਹਾਂ, ਤੁਹਾਡੀ ਨੌਕਰੀ ਛੱਡ ਸਕਦੇ ਹਾਂ, ਪਰ ਜੇ ਕਹੋ ਦਸਤਾਰ ਛੱਡ ਕੇ ਟੋਪੀ ਪਾ ਲਓ, ਇਹ ਨਹੀਂ ਕਦਾਚਿਤ ਵੀ ਹੋ ਸਕਦਾ ਹੈ। ਟੋਪੀ ਨਹੀਂ ਸਿੱਖ ਪਾਵੇਗਾ, ਸਿਰ 'ਤੇ ਦਸਤਾਰ ਰੱਖੇਗਾ। ਉਹਨਾਂ ਕਿਹਾ ਕਿ ਨਹੀਂ, ਤੁਹਾਡੇ ਫਿਰ ਸਿਰ 'ਤੇ ਗੋਲੀ ਵੱਜ ਸਕਦੀ ਹੈ। ਕਹਿੰਦੇ ਉਹ ਸਾਨੂੰ ਪ੍ਰਵਾਨ ਹੈ, ਆ ਤੁਹਾਡੇ ਟੋਪੀਆਂ ਵਾਲੇ ਦੀ ਵੀ ਤਾਂ ਵੱਜਦੀਆਂ ਹੀ ਨੇ ਗੋਲੀਆਂ ਸਿਰ 'ਚ, ਅਤੇ ਟੋਪੀਆਂ ਪਾੜ ਕੇ ਲੰਘ ਜਾਂਦੀਆਂ ਨੇ। ਆਹ ਦਸਤਾਰਾਂ ਵਾਲੇ ਦੇਖ ਲਓ। ਅਤੇ ਭਾਈ ਰਣਧੀਰ ਸਿੰਘ ਹੁਣੀ ਲਿਖਦੇ ਹੈ ਕਿ ਬਹੁਤ ਸਾਰੇ ਸਿੱਖ ਜਦੋਂ ਸ਼ਹੀਦ ਹੋ ਜਾਂਦੇ ਸਨ, ਅਤੇ ਫਿਰ ਉਸ ਸਮੇਂ ਉਹਨਾਂ ਦੀਆਂ ਦਸਤਾਰਾਂ ਜਦੋਂ ਖੋਲ੍ਹਦੇ, ਅਤੇ ਉਹਨਾਂ ਦਸਤਾਰਾਂ ਦੇ ਵਿੱਚ ਕਈ ਗੋਲੀਆਂ ਵਿੱਚੋਂ ਦਿਸਦੀਆਂ, ਜਿਹੜੀਆਂ ਕਿ ਦਸਤਾਰਾਂ ਦੇ ਵਿੱਚ ਤੱਕ ਹੀ ਰਹਿ ਜਾਂਦੀਆਂ ਸੀ, ਸਿਰ ਤੱਕ ਨਹੀਂ ਜਾਂਦੀਆਂ ਸਨ। ਕਹਿੰਦੇ ਫਿਰ ਦੱਸੋ, ਟੋਪੀ ਨੇ ਤਾਂ ਗੋਲੀ ਰੋਕੀ ਨਹੀਂ, ਅਤੇ ਗੁਰੂ ਦੀ ਬਖਸ਼ਿਸ਼ ਨੇ ਦਸਤਾਰ ਨੇ ਸਿਰ ਵਿੱਚ ਵੱਜਣ ਤੋਂ ਗੋਲੀ ਰੋਕ ਲਈ ਹੈ। ਬਹੁਤ ਸਾਰੀਆਂ ਕਹਿੰਦੇ ਇਸ ਸਮੇਂ ਉਦਾਹਰਨਾਂ ਨੇ। ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। ਅਤੇ ਬਾਬਾ ਗੁਰਬਚਨ ਸਿੰਘ ਜੀ ਵੀ ਲਿਖਦੇ ਹੈ ਕਿ ਜਿਨ੍ਹਾਂ ਨੇ ਲੜਾਈ ਦੇ ਵਿੱਚ ਜਾ ਕੇ ਤੇ ਗੋਰਿਆਂ ਦੀ ਇਹ ਈਨ ਨਹੀਂ ਮੰਨੀ ਹੈ, ਚਾਹੇ ਨੌਕਰੀ ਕਰਦੇ ਸਨ ਉਹਨਾਂ ਦੀ, ਪਰ ਕਿਹਾ ਕਿ ਨਹੀਂ, ਟੋਪੀ ਸਾਡੇ ਧਰਮ ਦੇ ਵਿਰੁੱਧ ਵਿੱਚ ਹੈ, ਅਸੀਂ ਟੋਪੀ ਨਹੀਂ ਪਾਵਾਂਗੇ, ਗੁਲਾਮੀ ਦਾ ਪ੍ਰਤੀਕ ਹੈ। ਇਹ ਮਹਾਂਪੁਰਖਾਂ ਨੇ ਉੱਥੇ ਫਿਰ ਵਰਜ ਦਿੱਤੀ। ਫਿਰ ਇਸੇ ਤਰ੍ਹਾਂ ਸੰਗਤ ਜੀ ਇੱਕ ਦਿਨ ਇਹੋ ਜਿਹਾ ਆਇਆ ਪਲਟਨ ਦੇ ਵਿੱਚ ਕਿ ਇੱਧਰੋਂ ਰਾਸ਼ਨ ਪਾਣੀ ਮੁੱਕ ਗਿਆ ਨਾ ਉੱਥੇ। ਅਤੇ ਜਿਹੜਾ ਕਮਾਂਡਰ ਸੀ ਹਿੱਲ, ਉਹਨੇ ਕਹਿ ਦਿੱਤਾ ਕਿ ਇਹਨਾਂ ਦਾ ਰਾਸ਼ਨ ਪਾਣੀ ਆਇਆ ਨਹੀਂ ਹੈ, ਅਤੇ ਇਹਨਾਂ ਸਿੱਖਾਂ ਨੂੰ ਕਹੋ ਕਿ ਤੁਸੀਂ ਜਿਹੜਾ ਇੱਧਰ ਸਾਡੇ ਅੰਨ ਪਾਣੀ ਬਣਦਾ ਹੈ, ਮੱਛੀ ਮਾਸ ਬਿਸਕੁਟ ਆਦਿਕ ਇਹ ਬਣੇ ਹੋਏ ਹੈ, ਇਹ ਤੁਸੀਂ ਖਾ ਲਓ। ਸਿੱਖਾਂ ਨੇ ਜਵਾਬ ਦੇ ਦਿੱਤਾ, ਕਹਿਣ ਲੱਗੇ ਜੀ ਇਹ ਸਾਡੇ ਧਰਮ ਦੇ ਵਿਰੁੱਧ ਭੋਜਨ ਹੈ, ਇਹ ਅਸੀਂ ਨਹੀਂ ਖਾ ਸਕਦੇ ਹਾਂ। ਉਹਨੇ ਬੜਾ ਗੁੱਸਾ ਕੀਤਾ, ਕਹਿਣ ਲੱਗੇ ਖਾਂਦੇ ਕਿਉਂ ਨਹੀਂ, ਤੁਸੀਂ ਖਾਣਾ ਪਏਗਾ ਤੁਹਾਨੂੰ, ਇਹ ਨਹੀਂ ਤਾਂ ਭੁੱਖੇ ਮਰੋਗੇ। ਉਹ ਕਹਿੰਦੇ ਕੋਈ ਨਹੀਂ, ਅਸੀਂ ਨਹੀਂ ਖਾਣਾ ਹੈ। ਇਹੀ ਗੱਲ ਬਾਬਾ ਮੱਘਰ ਸਿੰਘ ਜੀ ਕੋਲ ਪਹੁੰਚੀ, ਅਤੇ ਉਸ ਸਮੇਂ ਆ ਕੇ ਕਿਹਾ ਕਿ ਜੀ ਇਹ ਖਾਣਾ ਤੁਹਾਡਾ ਖਤਮ ਹੋ ਚੁੱਕਾ ਹੈ, ਰਾਸ਼ਨ ਪਾਣੀ ਆਇਆ ਨਹੀਂ ਹੈ, ਅਤੇ ਤੁਹਾਨੂੰ ਹੁਣ ਜਿਹੜਾ ਇੱਧਰ ਬਣਦਾ ਹੈ ਫਰਾਂਸ ਵਾਲੇ ਪਾਸੇ ਮਾਸ ਮੱਛੀ ਬਣਦੀ ਹੈ, ਜਾਂ ਗੋਰਿਆਂ ਦੇ ਬਿਸਕੁਟ ਬਣੇ ਹੋਏ ਨੇ, ਇਹ ਖਾਣੇ ਪੈਣਗੇ। ਅਤੇ ਬਾਬਾ ਮੱਘਰ ਸਿੰਘ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਨਹੀਂ,
ਇਹ ਨਹੀਂ ਅਸੀਂ ਖਾਣਾ, ਇਹ ਖਾਣਾ ਸਾਡੇ ਧਰਮ ਦੇ ਵਿਰੁੱਧ ਹੈ। ਮਾਸ ਮੱਛੀ ਖਾਣੀ, ਆਹ ਬਿਸਕੁਟ ਕਹਿੰਦੇ ਤੁਹਾਡੇ ਬੀੜੀਆਂ ਸਿਗਰਟਾਂ ਪੀਣ ਵਾਲੇ ਗੋਰਿਆਂ ਨੇ ਬਣਾਏ ਨੇ, ਅਤੇ ਬੀੜੀਆਂ ਸਿਗਰਟਾਂ ਦੇ ਹੱਥਾਂ ਦੇ ਬਣੇ ਹੋਏ ਪਦਾਰਥ ਅਸੀਂ ਨਹੀਂ ਖਾਣੇ। ਖਾਲਸਾ ਤਾਂ ਇਹ ਜਿਹੜਾ ਤੰਬਾਕੂ ਹੈ ਇਹਦੇ ਹੱਥ ਦਾ ਫੜਿਆ ਹੋਇਆ ਪਾਣੀ ਤੱਕ ਨਹੀਂ ਛੂੰਹਦਾ ਹੈ। ਕਹਿੰਦੇ ਕਿ ਜਿਹੜਾ ਤੰਬਾਕੂ ਖਾਣ ਵਾਲਾ ਹੈ ਉਹਦੇ ਹੱਥ ਦਾ ਪਾਣੀ ਵੀ ਕਹਿੰਦੇ ਸ਼ਰਾਬ ਦੇ ਬਰਾਬਰ ਹੁੰਦਾ ਹੈ। ਰਹਿਤਨਾਮਿਆਂ ਦੇ ਵਿੱਚ ਵੀ ਸੰਗਤ ਜੀ ਬਚਨ ਆਉਂਦੇ ਹਨ ਕਿ ਹੋਵੇ ਗੁਰੂ ਦਾ ਸਿੱਖ, ਅਤੇ ਜਿਹੜਾ ਤੰਬਾਕੂ ਹੈ ਸਿੱਖ ਗੁਰੂ ਦਾ ਹੋਏ ਕਿ ਤਜੈ ਤੰਬਾਕੂ ਸੰਗ। ਜਿਹੜਾ ਗੁਰੂ ਦਾ ਸਿੱਖ ਹੈ ਉਹ ਤੰਬਾਕੂ ਦਾ ਸਦਾ ਹੀ ਸੰਗ ਛੱਡ ਕੇ ਰੱਖੇ। ਅਤੇ ਤੰਬਾਕੂ ਕਈ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ ਸਾਧ ਸੰਗਤ ਜੀ। ਇਹ ਵੀ ਦੱਸਦੇ, ਡਾਕਟਰਾਂ ਨੂੰ ਪੁੱਛੀਏ ਤਾਂ ਉਹ ਕਹਿੰਦੇ ਜਿਹੜੀਆਂ ਪੇਸਟਾਂ ਕੀਤੀਆਂ ਜਾਂਦੀਆਂ ਨੇ ਨਾ, ਜਿਹੜੇ ਦੰਤ ਮੰਚਨ ਹੁੰਦੀਆਂ ਪੇਸਟਾਂ, ਇਹਨਾਂ ਵਿੱਚ ਵੀ ਉਹਦੀ ਵਰਤੋਂ ਕੀਤੀ ਜਾਂਦੀ ਹੈ। ਆ ਪੱਤੀ ਦੇ ਵਿੱਚ ਵੀ ਉਹਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਬਹੁਤੀਆਂ ਖਾਣ ਵਾਲੀਆਂ ਚੀਜ਼ਾਂ ਇਹਨਾਂ 'ਚ ਵੀ ਉਹਦੀ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਦਫਾ ਕਈ ਸੰਗਤ ਜੀ ਜਿਹੜਾ ਤਾਂ ਹੈਗਾ ਗੁਰਸਿੱਖੀ ਦਾ ਅਸੂਲ ਉਹ ਤਾਂ ਬਾਬਾ ਮੱਘਰ ਸਿੰਘ ਦੇ ਜੀਵਨ ਤੋਂ ਸਾਨੂੰ ਪਤਾ ਚੱਲਦਾ ਹੈ, ਅਤੇ ਟਕਸਾਲਾਂ ਦੇ ਵਿੱਚ ਇਹ ਖਾਸ ਕਰਕੇ ਦ੍ਰਿੜ ਕਰਵਾਇਆ ਜਾਂਦਾ ਹੈ। ਤੋ ਕਈ ਦਫਾ ਜਦੋਂ ਕਿਸੇ ਦੇ ਘਰ ਜਾਈਏ ਅਗਲੇ ਚਾਹ ਬਣਾ ਲਿਆਉਂਦੇ ਨੇ, ਉਹਨਾਂ ਨੂੰ ਕਹੀਏ ਜੀ ਚਾਹ ਨਹੀਂ ਅਸੀਂ ਪੀਂਦੇ, ਉਹ ਕਹਿੰਦੇ ਲਓ ਇਹਦੇ ਵਿੱਚ ਕੀ ਪੈ ਗਿਆ ਦੱਸੋ, ਚਾਹ ਨਹੀਂ ਪੀਂਦੇ ਤੁਸੀਂ। ਅਤੇ ਕਈ ਕੀ ਕਰਨਗੇ, ਕਹਿੰਦੇ ਚਲੋ ਚਾਹ ਨਹੀਂ ਪੀਣੀ, ਇੱਦਾਂ ਕਰੋ ਦੁੱਧ 'ਚ ਪੱਤੀ ਪਾ ਲਿਆਓ। ਉਹ ਦੁੱਧ 'ਚ ਪੱਤੀ ਪਾ ਲਿਆਉਂਦੇ ਅਤੇ ਉਹ ਕੀ ਬਣਿਆ, ਬਣਦਾ ਉਹ ਵੀ ਸੰਗਤ ਜੀ ਚਾਹ ਹੀ ਗਈ। ਹੁਣ ਜਿਹੜੀ ਪੱਤੀ ਹੈ ਇਹ ਬਣਦੀ ਕਿਵੇਂ, ਕਦੀ ਦੇਖਿਆ ਹੀ ਕਿਸੇ ਨੇ ਨਹੀਂ। ਇਹ ਨਾਲੇ ਆਪਣੇ ਤਾਂ ਇੱਧਰ ਦੀ ਹੈ ਹੀ ਨਹੀਂ ਸੰਗਤ ਜੀ, ਇਹ ਤਾਂ ਗੋਰਿਆਂ ਨੇ ਲਿਆ ਕੇ ਇੱਧਰ ਬੀਜਣੀ ਸ਼ੁਰੂ ਕਰ ਦਿੱਤੀ ਸੀ। ਇਹਦੇ ਵਿੱਚ ਇੱਕ ਨਸ਼ਾ ਹੁੰਦਾ ਪੱਤੀ ਦੇ ਵਿੱਚ, ਜੋ ਨਸ਼ੇ ਦੇ ਉੱਤੇ ਲੱਗ ਗਏ ਨੇ ਸੰਗਤ ਜੀ ਆਪਣੇ ਲੋਕ। ਇਹ ਨਸ਼ਾ ਇੱਕ ਤਰ੍ਹਾਂ ਦੀ ਪੱਤੀ, ਔਰ ਦੱਸਦੇ ਕਿ ਇਹਨੂੰ ਤੰਬਾਕੂ ਦੀ ਪੁੱਠ ਵੀ ਚਾੜ੍ਹੀ ਜਾਂਦੀ ਹੈ ਇਹਦੇ ਵਿੱਚ। ਇਸ ਕਰਕੇ ਬਹੁਤੇ ਜਿਹੜੇ ਗੁਰੂ ਕੇ ਸਿੱਖ ਨੇ ਸੰਗਤ ਜੀ ਉਹ ਚਾਹ ਨਹੀਂ ਪੀਂਦੇ ਹਨ, ਚਾਹ ਉਹਨਾਂ ਮਨ੍ਹਾ ਕੀਤੀ ਹੋਈ। ਅਤੇ ਬਾਬਾ ਜੀ ਦੇ ਜੀਵਨ ਵਿੱਚੋਂ ਵੀ ਕਿ ਉਹ ਵੀ ਇਹੋ ਜਿਹਾ ਨਹੀਂ ਕੁਝ ਛਕਦੇ ਸਨ। ਹੁਣ ਉਹਨਾਂ ਕਿਹਾ ਕਿ ਤੁਹਾਨੂੰ ਇਹ ਬਿਸਕੁਟ ਖਾਣੇ ਪੈਣੇ ਹੈ, ਮਾਸ ਮੱਛੀ ਖਾਣੀ ਪਊਗੀ। ਮਹਾਂਪੁਰਖ ਕਹਿੰਦੇ ਨਹੀਂ ਜੀ, ਸਾਡੇ ਧਰਮ ਦਾ ਇਹ ਵਿਰੁੱਧ ਹੈ। ਆਹ ਤੰਬਾਕੂ ਖਾਣ ਵਾਲੇ ਦੇ ਜਿਹੜਾ ਹੱਥ ਦਾ ਪਾਣੀ ਹੈ, ਪਾਣੀ ਤਾਂ ਕਿ ਹਾਥ ਕਾ ਮਦਰਾ ਸਮ ਅਗਦਾਏ, ਤੰਬਾਕੂ ਵਾਲੇ ਦੇ ਹੱਥ ਦਾ ਪਾਣੀ ਵੀ ਸ਼ਰਾਬ ਪੀਣ ਦੇ ਬਰਾਬਰ ਹੈ। ਇਸ ਕਰਕੇ ਤੁਸੀਂ ਕਹਿੰਦੇ ਆ ਕਿ ਉਹਦੇ ਹੱਥ ਦੇ ਬਣੇ ਬਿਸਕੁਟ ਖਾ ਲਓ, ਇਹ ਕਦਾਚਿਤ ਨਹੀਂ ਹੋ ਸਕਦਾ। ਕਮਾਂਡਰ ਬੜਾ ਗੁੱਸੇ 'ਚ ਆਇਆ, ਉਹ ਕਹਿਣ ਲੱਗਾ ਕਿ ਜੇ ਤੁਸੀਂ ਨਹੀਂ ਬਿਸਕੁਟ ਖਾਣੇ ਤਾਂ ਫਿਰ ਤੁਹਾਡਾ ਤਾਂ ਰਾਸ਼ਨ ਆਉਣਾ ਨਹੀਂ ਅਤੇ ਤੁਹਾਨੂੰ ਭੁੱਖੇ ਰਹਿਣਾ ਪਏਗਾ। ਮਹਾਂਪੁਰਖ ਕਹਿੰਦੇ ਇਹ ਕੀ ਗੱਲ ਕਰਦਾ, ਅਤੇ ਕੋਈ ਨਹੀਂ ਅਸੀਂ ਰਹਿ ਜਾਵਾਂਗੇ ਭੁੱਖੇ, ਸਾਨੂੰ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਜਾਚਾਂ ਸਿਖਾਈਆਂ ਹੋਈਆਂ ਨੇ। ਫਿਰ ਕਹਿਣ ਲੱਗਾ ਕਿ ਜਿਹੜਾ ਨਹੀਂ ਖਾਊਗਾ ਸਾਡਾ ਖਾਣਾ ਅਤੇ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਊਗੀ। ਬਾਬਾ ਮੱਘਰ ਸਿੰਘ ਸਾਹਿਬ ਜੀ ਅੱਗੇ ਹੋਏ ਅਤੇ ਫਿਰ ਗਰਜ ਕੇ ਬੋਲੇ, ਉਹ ਗੋਰਿਆ ਕਿਹਨੂੰ ਮੌਤ ਦੇ ਡਰਾਵੇ ਦਿੰਦਾ ਹੈ? ਉਹ ਮੌਤ ਨੇ ਤਾਂ ਤੁਹਾਨੂੰ ਫੜਿਆ ਹੋਇਆ, ਤੁਹਾਨੂੰ ਮੌਤ ਤੋਂ ਬਚਾਉਣ ਵਾਸਤੇ ਅਸੀਂ ਸਿੰਘ ਇੱਥੇ ਆਪਣੀਆਂ ਜਾਨਾਂ ਤਲੀ 'ਤੇ ਧਰ ਕੇ ਆਏ ਹੋਏ ਹੈ। ਨਿੱਤ ਵਰਦੀਆਂ ਗੋਲੀਆਂ ਦੇ ਵਿੱਚੋਂ ਤੁਹਾਨੂੰ ਬਚਾ ਕੇ ਲਿਆ ਰਹੇ ਹੈ, ਆਪਣੀਆਂ ਜਾਨਾਂ ਤਲੀਆਂ 'ਤੇ ਰੱਖੀਆਂ ਹੋਈਆਂ ਨੇ, ਅਤੇ ਸਾਨੂੰ ਤੂੰ ਮੌਤ ਦੇ ਡਰਾਵੇ ਦਿੰਦਾ ਫਿਰਦਾ। ਸੁਣ ਕੇ ਕਹਿੰਦੇ ਕੁਝ ਕੁ ਘਬਰਾ ਗਿਆ ਗੋਰਾ, ਗੁੱਸੇ ਦੇ ਵਿੱਚ ਚਲਾ ਗਿਆ। ਕਹਿਣ ਲੱਗੇ ਫਿਰ ਤੁਹਾਡਾ ਅੰਨ ਪਾਣੀ ਨਹੀਂ ਇੱਥੇ ਆਏਗਾ, ਰਹੋ ਭੁੱਖੇ। ਅਤੇ ਉਸ ਸਮੇਂ ਸੰਗਤ ਜੀ ਜਿੰਨੇ ਵੀ ਸਾਰੇ ਸਿੰਘ ਸਨ ਉਹਨਾਂ ਨੇ ਮਹਾਂਪੁਰਸ਼ਾਂ ਵੱਲ ਦੇਖਿਆ, ਕਹਿਣ ਲੱਗੇ ਬਾਬਾ ਮੱਘਰ ਸਿੰਘ ਸਾਹਿਬ ਦੱਸੋ ਫਿਰ ਹੁਣ ਕੀ ਹੋਏ। ਅਤੇ ਬਾਬਾ ਜੀ ਨੇ ਸੰਗਤ ਜੀ ਫਿਰ ਉਸ ਸਮੇਂ ਦੱਸਿਆ ਸੀ। ਕਹਿਣ ਲੱਗੇ ਕਿ ਸਿੰਘੋ ਯਾਦ ਕਰੋ ਉਹ ਸਮਾਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪੈ ਗਿਆ ਸੀ, ਅਤੇ ਕਈ ਮਹੀਨੇ ਸਿੰਘ ਉੱਥੋਂ ਇਹ ਭੁੱਖੇ ਰਹੇ ਸਨ। ਰੁੱਖਾਂ ਦੀਆਂ ਛੱਲਾਂ ਜਿਹੜੀਆਂ ਸਨ ਉਹ ਉਬਾਲ ਕੇ ਖਾਧੀਆਂ ਸਨ, ਪੱਤੇ ਖਾਧੇ ਸੀ, ਫਲ ਖਾਧੇ ਸਨ, ਇਹਨਾਂ ਦੇ ਨਾਲ ਕਹਿੰਦੇ ਗੁਜ਼ਾਰਾ ਕੀਤਾ ਸੀ। ਫਿਰ ਕਈ ਦਿਨਾਂ ਦੇ ਜਿਹੜੇ ਭੁੱਖੇ ਸਨ, ਜਦੋਂ ਚਮਕੌਰ ਦੀ ਗੜੀ ਦੇ ਵਿੱਚ ਆਏ ਹੈ ਅਤੇ ਉੱਥੇ ਕਹਿੰਦੇ ਹੈ ਕਿ 10 ਲੱਖ ਫੌਜ ਤਾਂ ਦਿੱਲੀ ਤੋਂ ਹੀ ਆਈ ਸੀ। ਜਿਹੜੀ ਪਹਿਲਾਂ ਦੀ ਫੌਜ ਸੀ, ਪਹਾੜੀ ਰਾਜਿਆਂ ਦੀ ਫੌਜ ਸੀ, ਕਿੰਨੀ ਸੀ ਗਿਣਤੀ ਮਿਣਤੀ ਤੋਂ ਪਰੇ, ਇੰਨੀ ਫੌਜ ਦਾ ਘੇਰਾ ਪਿਆ। ਅਤੇ ਚਮਕੌਰ ਦੀ ਗੜੀ ਦੇ ਵਿੱਚ ਸਨ ਗਿਣਤੀ ਦੇ 40 ਤੋਂ 45 ਦੇ ਲਾਗੇ ਸਿੰਘ। ਅਤੇ ਕਹਿੰਦੇ ਉਹ ਸ਼ੇਰਾਂ ਦੇ ਵਾਂਗ, ਜਿਵੇਂ ਭੁੱਖੇ ਸ਼ੇਰ ਹੁੰਦੇ ਹੈ ਨਾ, ਟੁੱਟ ਕੇ ਪੈ ਜਾਂਦੇ ਹਿਰਨਾਂ ਦੀ ਡਾਰ 'ਤੇ, ਉਹ 40 ਕਹਿੰਦੇ ਹਿਰਨਾਂ ਦੀ ਡਾਰ ਦੇ ਉੱਤੇ ਜਿਹੜੇ ਮੁਗਲ ਸਨ ਭੁੱਖੇ ਸ਼ੇਰਾਂ ਵਾਂਗ ਟੁੱਟ ਕੇ ਪੈ ਗਏ ਸਨ। ਯਾਦ ਕਰੋ ਉਹ ਸਮਾਂ।
ਉਹ ਸੰਗਤ ਜੀ ਸੁਣ ਕੇ ਜਿੰਨੇ ਵੀ ਸਾਰੇ ਸਿੰਘ ਸਨ ਤੇ ਉਹ ਸਾਰੇ ਹੀ ਫਿਰ ਸ਼ਰਧਾ ਵਿੱਚ ਆ ਗਏ। ਤੇ ਮਹਾਂਪੁਰਖਾਂ ਨੇ ਉਸ ਸਮੇਂ ਫਿਰ ਉਹਨਾਂ ਦੇ ਅੰਦਰ ਵਿਸ਼ਵਾਸ ਦ੍ਰਿੜ ਕਰਾਉਣ ਵਾਸਤੇ ਵੀ ਧਰਮ ਦੇ ਵਿੱਚ ਪ੍ਰਪੱਕ ਰਹਿਣਾ ਹੈ। ਤੇ ਇਹ ਸੰਗਤ ਜੀ ਧਾਰਨਾ ਪੜ੍ਹਦੇ ਹੁੰਦੇ ਸੀ ਮਹਾਂਪੁਰਖ ਉਸ ਸਮੇਂ ਕਿ ਗੁਰੂ ਸਾਹਿਬ ਦੇ ਆਓ ਚਰਨਾਂ ਵਿੱਚ ਆਪਾਂ ਜੁੜ ਕੇ ਬਈਏ। ਉੱਥੇ ਕਈ ਦਿਨ ਸੰਗਤ ਜੀ ਲੰਘੇ ਸਨ ਉਹਨਾਂ ਨੂੰ ਭੁੱਖਿਆਂ ਹੀ। ਉਹ ਇੱਥੇ ਹੁਣ ਮਹਾਂਪੁਰਖ ਦੱਸ ਰਹੇ ਹਨ 28 ਦਿਨ ਨਿਰਹਾਰੀ ਬੀਤੇ। ਹਾਂ, ਦੱਸਦੇ ਹੈ ਕਿ ਤਕਰੀਬਨ 28 ਦਿਨ ਨਿਰਾਹਾਰੀ ਬੀਤ ਗਏ। ਕਹਿਣ ਦੀ ਗੱਲ ਹੈ ਕਿ 28 ਦਿਨ। ਉਵੇਂ ਜਿਹੜਾ ਮਹਾਂਪੁਰਖਾਂ ਦਾ ਜੀਵਨ ਹੈ ਉੱਥੇ ਲਿਖੇ ਹੋਏ ਹੈ 8 ਦਿਨ, ਵੀ 8 ਦਿਨ ਤੱਕ ਨਾ ਖਾਧਾ ਤੇ ਨਾ ਕੁਝ ਪੀਤਾ ਸੀ। ਤੇ ਦਿਨ ਚੜ੍ਹਦਿਆਂ ਸਾਰੀ ਮੋਰਚਿਆਂ 'ਚ ਆ ਜਾਂਦੇ, ਸਾਰਾ ਦਿਨ ਗੋਲੀਆਂ ਚੱਲਦੀਆਂ, ਜੰਗ ਯੁੱਧ ਹੁੰਦੇ, ਮੋਰਚੇ ਬਣਾਉਂਦੇ, ਅਗਲੇ ਪਾਸੇ ਜਾਂਦੇ ਤੇ ਸ਼ਾਮ ਨੂੰ ਘਰ ਵਿੱਚ ਆ ਕੇ ਰਹਿਰਾਸ ਸਾਹਿਬ ਕਰਦੇ, ਉੱਥੇ ਹੱਥ ਮੂੰਹ ਧੋਂਦੇ ਤੇ ਕੀਰਤਨ ਸੋਹਲੇ ਦਾ ਪਾਠ ਕਰਕੇ ਬਰਾਜ ਜਾਂਦੇ। ਪਰ ਗੋਰਿਆਂ ਦੀ ਬਣੀ ਹੋਈ ਚੀਜ਼ ਨਹੀਂ ਖਾਂਦੇ ਸਨ। ਕਹਿੰਦੇ ਨਹੀਂ, ਇਹ ਤੰਬਾਕੂ ਵਾਲੇ ਹੱਥਾਂ ਦੀ ਬਣੀ ਹੋਈ ਹੈ। ਹੁਣ ਦੇਖ ਲਓ ਸਾਧ ਸੰਗਤ ਜੀ, ਗੱਲ ਹੈ ਸੋਚਣ ਵਾਲੀ ਕਿ ਜਿਨ੍ਹਾਂ ਮਹਾਂਪੁਰਖਾਂ ਦੇ ਸਥਾਨਾਂ 'ਤੇ ਆਪਾਂ ਬੈਠੇ ਹਾਂ ਉਹ ਤੰਬਾਕੂ ਵਾਲੇ ਹੱਥਾਂ ਦੀ ਬਣੀ ਹੋਈ ਚੀਜ਼ ਨਹੀਂ ਖਾਂਦੇ ਸਨ। ਪਰ ਆਪਾਂ ਕਈ ਵਾਰੀ ਤੰਬਾਕੂ ਵਾਲੇ ਹੱਥਾਂ ਦੀ ਬਣੀ ਹੋਈ ਮਠਿਆਈ ਲਿਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਕਿ ਇਹਨੂੰ ਭੋਗ ਲਾਓ, ਗੁਰੂ ਗ੍ਰੰਥ ਸਾਹਿਬ ਨੂੰ। ਇਹ ਗੱਲ ਮੰਨਣ ਯੋਗ ਨਹੀਂ ਆਉਂਦੀ ਹੈ, ਸਮਝਣਾ ਪਏਗਾ ਵੀ ਜਿਹੜੀ ਮਠਿਆਈ ਬਣੀ ਹੈ ਇਹ ਕੋਈ ਅੰਮ੍ਰਿਤਧਾਰੀ ਥੋੜ੍ਹੀ ਸਨ ਉੱਥੇ ਬਣਾਉਣ ਵਾਲੇ ਸਾਰੇ। ਜਿਹੜੇ ਬਣਾਉਣ ਵਾਲੇ ਕਿੱਦਾਂ ਬਣਾਉਂਦੇ ਨੇ, ਨਾਲੇ ਤਾਜ਼ੀ ਥੋੜ੍ਹੀ ਹੁੰਦੀ ਹੈ, ਕਿੱਦਾਂ ਦੀ ਬਣਾਈ ਹੈ, ਵਿੱਚੇ ਝੂਠ ਵਰਤੀ ਹੈ ਤੇ ਗੁਰੂ ਘਰ ਵਿੱਚ ਆ ਕੇ ਕਿਵੇਂ ਸੁੱਚੀ ਹੋ ਗਈ। ਗੁਰੂ ਸਾਹਿਬ ਨੂੰ ਕਿਹੜੀ ਚੀਜ਼ ਦਾ ਭੋਗ ਲੱਗਦਾ ਹੈ? ਕੜਾਹ ਪ੍ਰਸ਼ਾਦ ਦਾ ਭੋਗ ਲੱਗਦਾ। ਤੇ ਕਿਵੇਂ ਤਿਆਰ ਹੁੰਦਾ ਕੜਾਹ ਪ੍ਰਸ਼ਾਦ ਉਹ ਦੇਖਣਾ ਪਏਗਾ। ਸਾਰੇ ਭਾਂਡੇ ਮਾਂਜੇ ਜਾਂਦੇ ਨੇ, ਥਾਂ ਪੋਚੀ ਲਿਪੀ ਜਾਂਦੀ ਹੈ ਤੇ ਜਿਹਨੇ ਬਣਾਉਣੀ ਹੈ ਉਹ ਵੀ ਇਸ਼ਨਾਨ ਕੀਤਾ ਹੋਵੇ। ਬਣਾਉਣ ਲੱਗਿਆਂ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਦੇਗ ਲਿਆਉਣ ਲੱਗਾ ਅੱਗੇ ਜਲ ਵਰਤਾਇਆ ਜਾਂਦਾ ਕਿ ਘੱਟਾ ਮਿੱਟੀ ਵੀ ਉੱਡ ਕੇ ਮਹਾਰਾਜ ਦੇ ਪ੍ਰਸ਼ਾਦ 'ਤੇ ਨਾ ਪਵੇ, ਢੱਕਿਆ ਜਾਂਦਾ ਹੈ ਪ੍ਰਸ਼ਾਦ ਨੂੰ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆ ਕੇ ਤੇ ਫਿਰ ਸੰਗਤ ਜੀ ਆਨੰਦ ਸਾਹਿਬ ਦਾ ਸੰਪੂਰਨ 40 ਪੌੜੀਆਂ ਦਾ ਪਾਠ ਕੀਤਾ ਜਾਂਦਾ ਹੈ। ਫਿਰ ਜਾ ਕੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਕੜਾਹ ਪ੍ਰਸ਼ਾਦ ਦਾ ਭੋਗ ਲੱਗਦਾ ਹੈ। ਤੇ ਲੱਡੂ ਬਰਫੀ ਇਹ ਕਿੱਥੇ ਬਣੀ, ਕਿੰਨੇ ਹੱਥ ਧੋਤੇ? ਉਹ ਹਲਵਾਈ ਕਈ ਵਾਰੀ ਨਹਾਉਂਦੇ ਵੀ ਨਹੀਂ ਆ, ਸਿਆਲ 'ਚ ਕਿਹੜਾ ਨਹਾਵੇ ਹੁਣ। ਇਸ ਕਰਕੇ ਇਸ ਗੱਲ ਦਾ ਥੋੜ੍ਹਾ ਜਿਹਾ ਸੰਗਤ ਜੀ ਖਿਆਲ ਰੱਖੀਦਾ ਹੈ। ਚਲੋ ਇੱਥੇ ਆਉਂਦੇ ਹੈ, ਹੁਣ ਵਰਤਾਉਣੇ ਤਾਂ ਹੁੰਦੇ ਹੀ ਹੈ ਜਿਹੜੇ ਆ ਗਏ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮਤਾਂ ਜਾਣੋ ਕਿਹਦਾ ਭੋਗ ਲੱਗੇਗਾ। ਨਾ ਇੱਥੇ ਕਿਸੇ ਸਿੰਘ ਨੇ ਕਦੀ ਲਾਇਆ ਹੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮਠਿਆਈ ਦਾ ਭੋਗ। ਇਹ ਜ਼ਰੂਰ ਅਰਦਾਸ ਵਿੱਚ ਕਿਹਾ ਜਾਂਦਾ ਕਿ ਮਹਾਰਾਜ ਸੰਗਤ ਵਾਸਤੇ ਇਹ ਬਰਫੀ ਹਾਜ਼ਰ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਾਸਤੇ ਤਾਂ ਜਿਹੜਾ ਸੰਗਤ ਜੀ ਗੁਰੂ ਦੀ ਮਰਜ਼ਾਦਾ ਨਾਲ ਤਿਆਰ ਕੀਤਾ ਜਾਵੇ ਉਹਦਾ ਹੀ ਭੋਗ ਲੱਗੇਗਾ ਨਾ। ਹੁਣ ਬਣਾਉਣ ਵਾਲਾ ਕਿਵੇਂ ਦਾ, ਲਿਆਂਦੇ ਕਿਵੇਂ ਆਪਾਂ ਸੰਗਤ ਜੀ ਲੱਤਾਂ 'ਚ ਲਮਕਾ ਕਰਕੇ ਕਿਤੇ ਪੈਰਾਂ 'ਚ ਰੱਖੇ ਹੋਏ ਨੇ। ਅਤੇ ਇਸ ਕਰਕੇ ਇਹ ਖਾਣਾ ਪ੍ਰਵਾਨ ਨਹੀਂ ਹੈ ਗੁਰੂ ਸਾਹਿਬ ਨੂੰ। ਜਦੋਂ ਬਾਬਾ ਮੱਘਰ ਸਿੰਘ ਜੀ ਆ ਵੇਖੋ ਉਹਨਾਂ ਦੇ ਜੀਵਨ 'ਚ ਆ ਰਿਹਾ ਹੈ ਕਿ ਗੋਰਿਆਂ ਦੇ ਬਣੇ ਹੋਏ ਸਨ ਬਿਸਕੁਟ, ਉਹ ਨਹੀਂ ਬਾਬਾ ਮੱਘਰ ਸਿੰਘ ਸਾਹਿਬ ਨੇ ਖਾਧੇ। ਕਹਿੰਦੇ ਬੀੜੀਆਂ ਸਿਗਟਾਂ ਬਣਾਉਣ ਵਾਲਿਆਂ ਨੇ, ਪੀਣ ਵਾਲਿਆਂ ਨੇ ਬਣਾਏ ਆ, ਇਹਨਾਂ ਦੇ ਹੱਥਾਂ ਦੀ ਚੀਜ਼ ਨਹੀਂ ਕੋਈ ਖਾਣੀ। ਅਤੇ ਰਹੇ ਸਨ ਉਸ ਸਮੇਂ ਸੰਗਤ ਜੀ ਭੁੱਖੇ ਰਹੇ ਸਨ ਉਸ ਸਮੇਂ। ਅਤੇ ਉਹ ਜੀਵਨ ਵਿੱਚ ਲਿਖਿਆ ਕਿ 8 ਦਿਨ ਕੁਝ ਨਹੀਂ ਖਾਧਾ ਸੀ। ਅਤੇ ਇੱਥੇ ਮਹਾਂਪੁਰਖਾਂ ਨੇ ਇੱਕ ਹੋਰ ਉਹਨਾਂ ਦੀ ਕਹਾਣੀ ਵਾਲੀ ਗੱਲ ਕਹਿ ਦਿੱਤੀ ਕਿ ਜਿਸ ਸਮੇਂ ਸੰਗਤ ਜੀ ਉਹ ਮਹਾਂਪੁਰਖ ਇਹ ਗਏ ਸਨ ਉੱਥੋਂ ਫਰਾਂਸ ਤੋਂ, ਜਦੋਂ ਇੱਧਰ ਬਗਦਾਦ ਵਾਲੇ ਪਾਸੇ ਨੂੰ ਆਏ ਨੇ ਅਤੇ ਬੇੜੇ ਦਾ ਰਸਤਾ ਸੀ ਤਕਰੀਬਨ ਕਹਿੰਦੇ ਆ ਕਿ 29 ਕੁ ਦਿਨਾਂ ਦਾ। ਅਤੇ ਉਹ ਸਮੇਂ ਫਿਰ ਮਹਾਂਪੁਰਖਾਂ ਨੇ ਕਿਹਾ ਸੀ ਕਿ ਜੀ ਕਿੰਨੇ ਦਿਨ ਲੱਗਣੇ ਨੇ। ਇਹ ਸੰਗਤ ਜੀ ਦਸੰਬਰ 15 ਦੀ ਗੱਲ ਸੀ ਅਤੇ ਜਨਵਰੀ 16 ਦੇ ਵਿੱਚ ਬੇੜਾ ਪਹੁੰਚਣਾ ਸੀ। ਕਹਿੰਦੇ ਜੀ ਤਕਰੀਬਨ 28-29 ਦਿਨਾਂ ਦਾ ਸਮਾਂ ਲੱਗੇਗਾ ਬੇੜਾ ਦੂਜੇ ਪਾਸੇ ਜਾਂਦਿਆਂ ਜਾਂਦਿਆਂ। ਤਾਂ ਕਹਿੰਦੇ ਫਿਰ ਮਹਾਂਪੁਰਖ ਕਹਿਣ ਲੱਗੇ ਠੀਕ ਹੈ ਭਾਈ, ਇੰਨੇ ਦਿਨ ਆਪਾਂ ਕੀ ਕਰਨਾ, ਆਪਣੇ ਗੁਰੂ ਕੇ ਚਰਨਾਂ ਦੇ ਵਿੱਚ ਜੁੜਦੇ ਹਾਂ। ਜਿੱਦਣ ਬੇੜਾ ਪਹੁੰਚ ਗਿਆ ਬੰਦਰਗਾਹ 'ਤੇ ਲੱਗ ਗਿਆ ਸਾਨੂੰ ਉਠਾ ਦਿਆ ਜੇ। ਅਤੇ ਮਹਾਂਪੁਰਖ ਸੰਗਤ ਜੀ ਫਿਰ ਉੱਤੇ ਸਰੀਰ 'ਤੇ ਬਸਤਰ ਲੈ ਕੇ ਲੰਮੇ ਪੈ ਗਏ ਸਨ। ਅਤੇ 28 ਦਿਨ ਨਾ ਕੁਝ ਖਾਧਾ ਨਾ ਕੁਝ ਪੀਤਾ। 29ਵੇਂ ਦਿਨ ਫਿਰ ਸਿੰਘਾਂ ਨੇ ਸੰਗਤ ਜੀ ਦਾ ਜਹਾਜ਼ ਬੰਦਰਗਾਹ 'ਤੇ ਲੱਗਾ ਅਤੇ ਕੋਲ ਆਏ ਅਤੇ ਮਨ ਵਿੱਚ ਡਰਨ ਵੀ ਇੰਨੇ ਦਿਨ ਕੋਈ ਭੁੱਖਾ ਨਹੀਂ ਰਹਿ ਸਕਦਾ ਹੈ, ਕਿਤੇ ਮਹਾਂਪੁਰਖ ਭਾਣਾ ਹੀ ਨਾ ਵਰਤਾ ਗਏ ਹੋਣ। ਪਰ ਫਿਰ ਵੀ ਕਹਿੰਦੇ ਜੀ ਮਹਾਂਪੁਰਖਾਂ ਨੇ ਸਾਨੂੰ ਬਚਨ ਕੀਤਾ ਸੀ ਕਿ ਜਦੋਂ ਜਹਾਜ਼ ਬੰਦਰਗਾਹ 'ਤੇ ਲੱਗੇ ਸਾਨੂੰ ਉਠਾ ਦੇਣਾ ਆ ਕੇ।
ਉਹ ਸਿੰਘ ਗਿਆ ਸੰਗਤ ਜੀ, ਡਰਦੇ ਡਰਦੇ ਸਾਰੇ ਹੱਥ ਜੋੜ ਕੇ ਖਲੋਤੇ ਹੋਏ ਨੇ। ਆਸੇ ਪਾਸੇ ਸਿੰਘ ਮਹਾਂਪੁਰਖ ਚਾਦਰ ਤਾਣ ਕੇ ਲੰਮੇ ਪਏ ਹੋਏ ਸਨ। ਅੱਜ 29ਵਾਂ ਦਿਨ ਹੋ ਚੁੱਕਾ ਸੀ। ਸਿੰਘ ਨੇ ਜਾ ਕੇ ਪਾਸ ਬੇਨਤੀ ਕੀਤੀ, ਜੀ ਮਹਾਂਪੁਰਖੋ, ਬੇੜਾ ਬੰਦਰਗਾਹ ਦੇ ਆ ਕੇ ਲੱਗ ਗਿਆ, ਘਾੜ 'ਤੇ ਆ ਲੱਗਿਆ ਹੈ ਅਤੇ ਅੱਜ 29ਵਾਂ ਦਿਨ ਹੋ ਗਿਆ, ਉਠੋ। ਅਤੇ ਮਹਾਂਪੁਰਖ ਉਸੇ ਸਮੇਂ ਸੰਗਤ ਦੀ ਚਾਦਰ ਪਾਸੇ ਕੀਤੀ ਅਤੇ ਉੱਠ ਕੇ ਬਹਿ ਗਏ। ਕਹਿਣ ਲੱਗੇ, ਅੱਛਾ ਅਸੀਂ ਪਹੁੰਚ ਗਏ ਹਾਂ। ਸਾਰੇ ਸਿੰਘਾਂ ਨੂੰ ਫਤਿਹ ਬੁਲਾਈ ਅਤੇ ਤਿਆਰ ਹੋ ਕੇ ਚਲੋ ਜੀ ਫਿਰ ਚੱਲੀਏ। ਐਂ ਉੱਠੇ ਜਿਵੇਂ ਹੁਣੇ ਸੰਗਤ ਜੀ ਲੰਮੇ ਪਏ ਹੋਣ, ਨਾ ਕੋਈ ਭੁੱਖ ਦਾ ਉਤੇ ਅਸਰ ਹੀ ਹੋਇਆ ਹੋਵੇ। ਵੀ ਕਿਵੇਂ ਸੰਗਤ ਜੀ, ਜਿਨ੍ਹਾਂ ਨੂੰ ਰੱਬ ਦੇ ਨਾਮ ਦੀ ਭੁੱਖ ਲੱਗ ਜਾਂਦੀ ਹੈ ਨਾ, ਅਤੇ ਫਿਰ ਉਹਨਾਂ ਦੀਆਂ ਸਾਰੀਆਂ ਭੁੱਖਾਂ ਲੈ ਹੀ ਜਾਂਦੀਆਂ ਨੇ। ਗੁਰਬਾਣੀ ਇਹ ਗੱਲ ਆਖਦੀ ਹੈ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਏ ਦੁੱਖ। ਜਿਨ੍ਹਾਂ ਨੂੰ ਸੰਗਤ ਜੀ ਰੱਬ ਦੇ ਨਾਮ ਦੀ ਭੁੱਖ ਲੱਗ ਜਾਂਦੀ ਹੈ, ਉਹਨਾਂ ਦੀਆਂ ਫਿਰ ਬਾਕੀ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਤੋ 28 ਦਿਨ ਉੱਥੇ ਰਹੇ ਸੀ, ਉਹਦਾ ਵੀ ਇੱਥੇ ਜ਼ਿਕਰ ਕਰਦੇ ਹਨ ਵੀ ਇੱਦਾਂ ਉੱਥੇ ਦਿਨ ਉਹਨਾਂ ਕੱਟੇ ਸਨ। ਪਰ ਉਹਨਾਂ ਨੇ ਗੋਰਿਆਂ ਦੇ ਹੱਥ ਦਾ ਜਿਹੜਾ ਬਣਾਇਆ ਹੋਇਆ ਪਦਾਰਥ ਸੀ ਉਹ ਨਹੀਂ ਖਾਣਾ ਕੀਤਾ ਸੀ। ਐਸੇ ਸੰਗਤ ਜੀ ਬਾਬਾ ਮੱਘਰ ਸਿੰਘ ਜੀ ਰਹਿਤ ਬੈਤ ਦੇ ਵਿੱਚ ਸਨ। ਕਈ ਵਾਰੀ ਆਪਣੇ ਮਨ 'ਚ ਖਿਆਲ ਆ ਜਾਂਦਾ ਕਿ ਜੀ ਇਹ ਤਾਂ ਐਵੇਂ ਹੀ ਬਾਬੇ ਪਖੰਡ ਕਰਦੇ ਆ, ਗੱਲਾਂ ਮਾਰਦੇ ਆ, ਭਲਾ ਕੀ ਹੋ ਚੱਲਿਆ ਖਾਣ ਪੀਣ ਦੇ ਨਾਲ। ਅਤੇ ਸਾਡੇ ਸਿਆਣਿਆਂ ਦੀਆਂ ਬਜ਼ੁਰਗਾਂ ਦੀਆਂ ਉਦਾਹਰਨਾਂ ਨੇ, ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਅੰਨ ਖਾਧਾ ਜਾਵੇ ਉਹੋ ਜਿਹੇ ਸੰਗਤ ਜੀ ਮਨ ਹੋ ਜਾਇਆ ਕਰਦਾ ਹੈ। ਕੱਲ੍ਹ ਆਪਣੇ ਇਸ ਇਲਾਕੇ ਦੀ ਇੱਕ ਬੜੀ ਮਾਣਯੋਗ ਸ਼ਖਸੀਅਤ ਜੋ ਕਿ ਪਿਛਲੇ ਸਾਲ ਸੰਗਤ ਜੀ ਇਸ ਸੰਸਾਰ ਤੋਂ ਰੁਖਸਤ ਹੋਏ, ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਬਰਸੀ ਸੀ ਭਿੰਡਰਾਂ ਦੇ ਵਿੱਚ। ਉੱਥੇ ਗਏ ਸਾਂ, ਸਮਾਗਮ ਹੋਇਆ ਸੀ। ਉਹਨਾਂ ਦੇ ਜੀਵਨ ਬਾਬਤ ਕੁਝ ਵਿਚਾਰਾਂ ਸੰਗਤ ਜੀ ਗੁਰਮੁਖ ਪਿਆਰੇ ਸੁਣਾ ਰਹੇ ਸਨ। ਉਹ ਮਹਾਂਪੁਰਖ ਬੜੀ ਸੋਧ ਰੱਖਿਆ ਕਰਦੇ ਸੀ। ਜੇ ਕੱਪੜਾ ਵੀ ਉਹਨਾਂ ਦਾ ਕਿਤੇ ਥੱਲੇ ਲੱਗ ਜਾਣਾ ਨਾ, ਕਿਤੇ ਆਸੇ ਪਾਸੇ ਜਾਂ ਕਿਸੇ ਬੰਦੇ ਦੇ ਨਾਲ ਛੂਹ ਜਾਣਾ, ਉਹਨਾਂ ਨੇ ਆ ਕੇ ਉਹ ਕੱਪੜਾ ਵੀ ਰੱਖ ਦੇਣਾ। ਆਪਣੇ ਕਮਰੇ ਦੇ ਵਿੱਚ ਕਿਸੇ ਨੂੰ ਨਹੀਂ ਆਉਣ ਦਿੰਦੇ ਸਨ ਵੀ ਕੋਈ ਨਾ ਆਵੇ ਜਿੱਥੇ ਉਹ ਬੰਦਗੀ ਕਰਿਆ ਕਰਦੇ। ਬੜੀ ਬੜੀ ਵਾਰ ਹੱਥ ਮਾਂਜਿਆ ਕਰਦੇ। ਕਹਿੰਦੇ ਇੱਕ ਦਿਨ ਉਹਨਾਂ ਨੂੰ ਕਿਸੇ ਨੇ ਪੁੱਛ ਹੀ ਲਿਆ ਕਿ ਜੀ ਬਾਬਾ ਜੀ, ਇੰਨਾ ਤੁਸੀਂ ਸੋਧ ਸੁਧਾਈ ਰੱਖਦੇ ਹੋ, ਇਹਦਾ ਕੀ ਮਤਲਬ ਹੈ? ਟੂਟੀਆਂ ਘਸਾ ਦਿੱਤੀਆਂ ਨੇ ਰੇਤਾਂ ਨਾਲ ਮਾਂਜ ਕੇ, ਇੰਨੇ ਹੱਥ ਮਾਂਜਦੇ ਰਹਿੰਦੇ ਤੁਸੀਂ, ਇਹਦਾ ਕੀ ਮਤਲਬ ਹੈ? ਇਹ ਤਾਂ ਕੋਈ ਠੀਕ ਨਹੀਂ ਹੈ। ਫਿਰ ਬਾਬਾ ਮੋਹਨ ਸਿੰਘ ਸਾਹਿਬ ਜੀ ਨੇ ਸੰਗਤ ਜੀ ਦਾ ਉੱਤਰ ਬੜਾ ਸੋਹਣਾ ਦਿੱਤਾ। ਉਹਨਾਂ ਕਿਹਾ ਜੀ, ਇੱਕ ਭਗਤ ਉਜਾਗਰ ਸਿੰਘ ਜੀ ਹੋਏ ਹੈ, ਉਹਨਾਂ ਦੀ ਫੋਟੋ ਵੀ ਸੰਗਤ ਜੀ ਉੱਥੇ ਲੱਗੀ ਹੋਈ ਹੈ। ਅਤੇ ਉਹ ਦੱਸਦੇ ਕਿ ਮਹਾਂਪੁਰਖਾਂ ਦੀ ਭੂਆ ਦੇ ਸਪੁੱਤਰ ਸਨ ਬਾਬਾ ਗੁਰਬਚਨ ਸਿੰਘ ਜੀ ਦੀ, ਭਗਤ ਉਜਾਗਰ ਸਿੰਘ ਜੀ, ਉਹ ਵੀ ਬੜੀ ਬੰਦਗੀ ਵਾਲੇ ਸਨ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜੀ ਇਹ ਕੀ ਕਾਰਨ ਹੈ, ਇੰਨੀ ਸੋਧ ਤੁਸੀਂ ਰੱਖਦੇ ਹੈ ਅਤੇ ਆਪਣੇ ਕਮਰੇ 'ਚ ਕਿਸੇ ਨੂੰ ਨਹੀਂ ਆਉਣ ਦਿੰਦੇ। ਅਤੇ ਉਹ ਉਹਨਾਂ ਦੱਸਿਆ ਸੀ, ਕਹਿਣ ਲੱਗੇ ਕਿ ਜਿੱਥੇ ਰੱਬ ਦੀ ਬੰਦਗੀ ਹੁੰਦੀ ਹੈ ਨਾ, ਬੰਦਗੀ ਕਰਨ ਲੱਗਿਆਂ ਆਸੇ ਪਾਸੇ ਦਾ ਵਾਤਾਵਰਨ ਵੀ ਉਹੋ ਜਿਹਾ ਚਾਹੀਦਾ ਹੈ। ਜੇ ਉਸ ਵਾਤਾਵਰਨ ਦੇ ਵਿੱਚ ਥੋੜ੍ਹੀ ਜਿਹੀ ਵੀ ਕੋਈ ਹਲਚਲ ਹੁੰਦੀ ਹੈ, ਉਹਦੇ ਨਾਲ ਬੰਦਗੀ ਦੇ ਵਿੱਚ ਵਿਘਨ ਪੈ ਜਾਂਦਾ ਹੈ। ਇਸ ਕਰਕੇ ਕਹਿੰਦੇ ਅਸੀਂ ਕਿਸੇ ਨੂੰ ਆਉਣ ਨਹੀਂ ਦਿੰਦੇ ਹਾਂ। ਦੂਜਾ ਉਹਨਾਂ ਦੱਸਿਆ, ਕਹਿੰਦੇ ਕਿ ਜਦੋਂ ਅਸੀਂ ਨਾਮ ਜਪਦੇ ਹਾਂ ਅਤੇ ਨਾਮ ਦੀ ਅਵਸਥਾ ਹੁਣ ਐਸੀ ਹੋ ਗਈ ਹੈ ਕਿ ਸਾਡੇ ਸਰੀਰ ਦੀਆਂ ਨਾੜਾਂ ਚਮਕਣ ਲੱਗ ਪੈਂਦੀਆਂ ਨੇ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਆਮ ਬੰਦੇ ਨੂੰ ਇਸ ਗੁੱਝੀ ਗੱਲ ਦਾ ਪਤਾ ਚੱਲ ਸਕੇ, ਉਹਨੇ ਕੁਝ ਹੋਰ ਹੀ ਵਹਿਮ ਭਰਮ 'ਚ ਪੈ ਜਾਣਾ ਹੈ। ਇਹ ਬੰਦਗੀ ਦੀਆਂ ਕੁਝ ਅਵਸਥਾਵਾਂ ਨੇ। ਸਰੀਰ ਸੰਗਤ ਜੀ ਚਮਕਣ ਲੱਗ ਪੈਂਦਾ ਹੈ। ਉਹਨਾਂ ਦਾ ਚਿਹਰਾ ਹੀ ਬੜਾ ਨੂਰਾਨੀ ਹੁੰਦਾ, 10 ਦਿਨ ਦਾ ਚਿਹਰਾ ਹੀ ਉਹਨਾਂ ਦਾ। ਤੋ ਕਹਿੰਦੇ ਹੈ ਕਿ ਬੰਦਗੀ ਵਾਸਤੇ ਜਿਹੜਾ ਆਪਣਾ ਖਾਣ ਪਾਣ ਹੈ, ਇਹਦੀ ਵੀ ਬੜੀ ਮਹੱਤਤਾ ਹੈ। ਆਸੇ ਪਾਸੇ ਦਾ ਮਾਹੌਲ ਵਾਤਾਵਰਨ ਹੈ, ਇਹ ਵੀ ਬੜਾ ਸਾਫ ਸੁਥਰਾ ਚਾਹੀਦਾ ਹੈ। ਹੁਣ ਇੱਕ ਪਾਸੇ ਸੰਗਤ ਜੀ ਰੌਲਾ ਗੌਲਾ ਅਤੇ ਸ਼ਰਾਬ ਮਾਸ ਚੱਲਦਾ ਹੋਵੇ, ਉੱਥੇ ਕੋਈ ਆਖੇ ਕਿ ਹੁਣ ਮੈਂ ਜਾ ਕੇ ਸਮਾਧੀ ਲਾ ਕੇ ਬਹਿ ਜਾਵਾਂ, ਕਿਵੇਂ ਉੱਥੇ ਕੋਈ ਬਾਣੀ ਪੜ੍ਹੇਗਾ, ਸਮਾਧੀ ਲੱਗੇਗੀ? ਬਾਣੀ ਵਾਸਤੇ, ਬੰਦਗੀ ਵਾਸਤੇ ਮਾਹੌਲ ਵੀ ਇਕਾਗਰਤਾ ਵਾਲਾ ਚਾਹੀਦਾ ਹੈ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਕਿ ਸਾਵਧਾਨ ਇਕਾਗਰ ਚੀਤ, ਸਰੀਰ ਵੀ ਸਾਵਧਾਨ ਅਤੇ ਚਿੱਤ ਵੀ ਇਕਾਗਰ ਚਾਹੀਦਾ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਸੋਧ ਸੁਧਾਈ ਦੀ ਬੜੀ ਲੋੜ ਹੈ। ਅਤੇ ਬਾਬਾ ਮੱਘਰ ਸਿੰਘ ਸਾਹਿਬ ਜੀ ਆਪ ਬੜੀ ਸੁੱਚ ਪਵਿੱਤਰਤਾ ਰੱਖਿਆ ਕਰਦੇ ਸਨ, ਕਿਉਂਕਿ ਇਹਦੇ ਵਿੱਚ ਜ਼ਿਕਰ ਮਿਲ ਰਿਹਾ ਉਹਨਾਂ ਦਾ।
ਤੋ ਕਹਿੰਦੇ ਕਿ ਉਹ ਗੋਰਿਆਂ ਦੇ ਹੱਥ ਦਾ ਉਹਨਾਂ ਨੇ ਬਣਿਆ ਹੋਇਆ ਪ੍ਰਸ਼ਾਦਾ ਪਾਣੀ ਬਿਸਕੁਟ ਆਦਿਕ ਨਹੀਂ ਖਾਦੇ। ਕਹਿੰਦੇ ਨਹੀਂ, ਇਹ ਨਹੀਂ ਖਾਣੇ, ਇਹ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਦੇ ਹੱਥ ਦੇ ਬਣੇ ਹੋਏ ਨੇ। ਤੇ ਅੱਜ ਆਪਾਂ ਕਈ ਵਾਰੀ ਗੁਰੂ ਸਾਹਿਬ ਨੂੰ ਹੀ ਉਹ ਲਿਆ ਕੇ ਛਕਾਉਣਾ ਚਾਹੁੰਦੇ ਹਾਂ। ਤੋ ਉਹਨਾਂ ਦੇ ਜੀਵਨ ਤੋਂ ਇਹ ਵੀ ਇੱਕ ਆਪਾਂ ਸਿੱਖਿਆ ਲੈ ਲਈਏ। ਤੋ ਦੱਸਦੇ ਸੰਗਤ ਜੀ, ਤਕਰੀਬਨ ਕਹਿੰਦੇ 8 ਦਿਨ ਲੰਘ ਗਏ। ਸਿੰਘ ਰੋਜ਼ ਜਾਂਦੇ, ਵਰਦੀਆਂ ਗੋਲੀਆਂ ਦੇ ਵਿੱਚ ਸੰਗਤ ਜੀ ਉੱਥੋਂ ਫਰਾਂਸੀਆਂ ਨੂੰ ਬਚਾਉਂਦੇ ਨੇ, ਤੇ ਬਚਾ ਕੇ ਤੇ ਫਿਰ ਆ ਕੇ ਤੇ ਨਿਤਨੇਮ ਕਰਦੇ, ਬਾਣੀ ਪੜ੍ਹਦੇ, ਰਹਿਰਾਸ ਸਾਹਿਬ ਕੀਰਤਨ ਸੋਹਲਾ ਕਰਦੇ ਤੇ ਸੌਂ ਜਾਂਦੇ। 8 ਦਿਨ ਲੰਘ ਗਏ ਤੇ 8ਵੇਂ ਦਿਨ ਦੇ ਵਿੱਚ ਇੱਕ ਮਨਸਾ ਸਿੰਘ ਸੀ ਮਹਾਂਪੁਰਖਾਂ ਦਾ ਸੰਗੀ। ਉਹਨੇ ਸੰਗਤ ਜੀ ਜਦੋਂ ਜੰਗ ਕਰਕੇ ਆ ਰਹੇ ਸੀ, ਇੰਨੀ ਜੰਗ ਹੋਈ ਕਿ ਜਿਹੜੇ ਫਰਾਂਸੀ ਲੋਕ ਸਨ ਉਹ ਵਿਚਾਰੇ ਡਰਦੇ ਘਰ ਛੱਡ ਕੇ ਭੱਜ ਚੁੱਕੇ ਸੀ। ਘਰ ਕਿਸੇ ਦਾ ਖੁੱਲ੍ਹਾ ਹੋਇਆ ਸੀ ਤੇ ਉਹ ਘਰ ਦੇ ਵਿੱਚ ਸੇਬ ਹੀ ਸੇਬ ਪਏ ਹੋਏ ਸਨ। ਉਹਨੇ ਇੱਕ ਝੋਲਾ ਭਰ ਲਿਆ, ਕਹਿਣ ਲੱਗਾ ਮਹਾਂਪੁਰਖਾਂ ਨੂੰ ਵੀ ਅੱਜ 8 ਦਿਨ ਹੋ ਗਏ, ਖਾਧਾ ਪੀਤਾ ਨਹੀਂ ਕੁਝ, ਚਲੋ ਉਹਨਾਂ ਨੂੰ ਛਕਾ ਦਈਏ। ਆਇਆ ਮਹਾਂਪੁਰਖਾਂ ਦੇ ਕੋਲ, ਨਮਸਕਾਰ ਕੀਤੀ, ਕਹਿਣ ਲੱਗੇ ਮਹਾਂਪੁਰਖੋ ਆਹ ਸੇਬ ਲਿਆਂਦੇ ਹੈ। ਮਹਾਂਪੁਰਖ ਕਹਿਣ ਲੱਗੇ ਇਹ ਕਿੰਨੇ ਦਿੱਤੇ ਹੈ? ਕਹਿਣ ਲੱਗਾ ਜੀ ਦਿੱਤੇ ਨਹੀਂ ਕਿਸੇ ਨੇ। ਕਿੱਥੋਂ ਲਿਆਂਦੇ ਹੈ? ਆਖੇ ਜੀ ਮੈਂ ਆ ਰਿਹਾ ਸੀ, ਇੱਕ ਗੋਰੇ ਦਾ ਘਰ ਖੁੱਲ੍ਹਾ ਹੀ ਪਿਆ ਸੀ, ਘਰ 'ਚ ਕੋਈ ਨਹੀਂ ਸੀ, ਆਹ ਸੇਬ ਪਏ ਸਨ, ਮੈਂ ਚੁੱਕ ਲਿਆਂਦੇ ਚੁੱਪ ਕਰਕੇ ਪਾ ਕੇ। ਮਹਾਂਪੁਰਖ ਸੰਗਤ ਜੀ ਬੜੇ ਬੀਰਸ ਵਿੱਚ ਆਏ ਤੇ ਉਹ ਮਨਸਾ ਸਿੰਘ ਜੀ ਆਪ ਕਹਿੰਦੇ ਹੈ, ਕਹਿੰਦੇ ਮੇਰੇ ਬੜੀ ਜ਼ੋਰ ਨਾਲ ਉਹਨਾਂ ਚਪੇੜ ਮਾਰੀ। ਉਹ ਕਹਿਣ ਲੱਗੇ ਮੌਤ ਸਾਡੇ ਆਲੇ ਦੁਆਲੇ ਮੰਡਰਾ ਰਹੀ ਹੈ, ਮੌਤ ਦੇ ਨਾਲ ਅਸੀਂ ਜੂਝ ਰਹੇ ਹਾਂ, ਬਾਹਰ ਵਰਦੀਆਂ ਗੋਲੀਆਂ ਵਿੱਚ ਹੁਣੇ ਆਏ ਆ, ਤੇ ਤੈਨੂੰ ਇਹੋ ਜਿਹੇ ਮਾਹੌਲ ਵਿੱਚ ਵੀ ਚੋਰੀ ਦੀ ਆਦਤ ਪਈ ਹੋਈ ਹੈ, ਚੱਲ ਜਾ ਉੱਥੇ ਛੱਡ ਕੇ ਆ। ਕਹਿੰਦੇ ਜੀ ਮੈਂ ਡਰ ਗਿਆ, ਘਬਰਾ ਗਿਆ ਤੇ ਦਵਾ ਦਾ ਭੱਜ ਕੇ ਉੱਥੇ ਸੇਬ ਸੁੱਟ ਕੇ ਆ ਗਿਆ। ਫਿਰ ਆ ਕੇ ਮਹਾਂਪੁਰਖਾਂ ਦੇ ਕੋਲੋਂ ਮਾफ़ੀ ਮੰਗੀ ਤੇ ਮਹਾਂਪੁਰਖ ਕਹਿੰਦੇ ਇਹੋ ਜਿਹਾ ਕੰਮ ਕਦੀ ਨਹੀਂ ਕਰਨਾ ਹੈ। ਫਿਰ ਕਹਿੰਦੇ ਮੈਂ ਬੇਨਤੀ ਕੀਤੀ ਮਹਾਂਪੁਰਖੋ ਅੱਜ 8 ਦਿਨ ਹੋ ਗਏ ਹੈ, ਆਪ ਤਾਂ ਗੁਰੂ ਨਾਨਕ ਸਾਹਿਬ ਦੇ ਪਿਆਰੇ ਹੋ, ਪਰ ਸਾਡੀ ਹਾਲਤ ਜਿਹੜੀ ਮਹਾਰਾਜ ਉਹੋ ਜਿਹੀ ਨਹੀਂ ਹੈ, ਭੁੱਖ ਲੱਗ ਚੁੱਕੀ ਬਹੁਤੀ ਜ਼ਿਆਦਾ, ਔਖਾ ਹੈ। ਮਹਾਂਪੁਰਖ ਕਹਿੰਦੇ ਅੱਛਾ ਜੀ ਇਹ ਬਾਤ ਹੈ, ਚਲੋ ਫਿਰ ਅੱਜ ਤੁਹਾਡੇ ਭੋਜਨ ਦਾ ਕੰਮ ਪ੍ਰਬੰਧ ਕਰ ਦਿੰਦੇ ਹੈ। ਉਸੇ ਸਮੇਂ ਸੰਗਤ ਜੀ ਕੋਈ ਸਿੰਘ ਆਏ ਤੇ ਉਹਨਾਂ ਕਿਹਾ ਜੀ ਫਲਾਣੀ ਥਾਂ 'ਤੇ ਰਾਸ਼ਨ ਦੀਆਂ 2 ਬੋਰੀਆਂ ਪਈਆਂ ਏ, ਆਪ ਮੰਗਾ ਲਓ। ਮਹਾਂਪੁਰਖਾਂ ਨੇ 2 ਸਿੰਘਾਂ ਨੂੰ ਕਿਹਾ ਜਾਓ ਜੀ ਆਹ ਰੇਹੜੀ ਜੀ ਇੱਥੇ ਹੈਗੀ, ਇੱਕ ਲੈ ਜਾਓ ਤੇ ਫਲਾਣੀ ਥਾਂ ਤੋਂ ਰਾਸ਼ਨ ਦੀਆਂ ਬੋਰੀਆਂ ਲੈ ਆਓ। ਉਹ ਗਏ 2 ਸਿੰਘ। ਅੱਗੇ ਸੰਗਤ ਜੀ ਇੱਕ ਬੜਾ ਉੱਚੇ ਲੰਮੇ ਕੱਦ ਵਾਲਾ ਦਰਸ਼ਨੀ ਸਿੰਘ ਖਲੋਤਾ ਸੀ, ਐ ਬਾਣੇ ਵਿੱਚ ਤਿਆਰ ਬਰ ਤਿਆਰ। ਇਹ ਗਏ, ਫਤਿਹ ਬੁਲਾਈ, ਦਰਸ਼ਨ ਕੀਤੇ ਨੇ। ਉਹਨੇ ਬੋਰੀ ਸੰਗਤ ਜੀ ਉਹ ਰੇਹੜੀ ਦੇ ਵਿੱਚ ਲਦਾ ਦਿੱਤੀ ਹੈ ਤੇ ਬੋਰੀ ਲੱਦ ਕੇ ਥੋੜ੍ਹੀ ਜਿਹੀ ਰੇਹੜੀ ਅੱਗੇ ਕਰਕੇ ਪਿੱਛੇ ਝੁਕ ਕੇ ਚਲੋ ਇਹਦਾ ਧੰਨਵਾਦ ਕਰੀਏ ਸਿੰਘ ਦਾ। ਪਿੱਛੇ ਮੁੜੇ ਤੇ ਪਿੱਛੇ ਕੋਈ ਵੀ ਨਾ। ਬੜੇ ਹੈਰਾਨ ਹੋਏ, ਉਹ ਬੋਰੀ ਲੈ ਕੇ ਆ ਗਏ। ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗੇ ਜੀ ਮਹਾਂਪੁਰਸ਼ੋ, ਸਿੰਘ ਜਿਹਨੇ ਬੋਰੀਆਂ ਦਿੱਤੀਆਂ ਸਾਨੂੰ 2 ਤੇ ਉਹ ਤਾਂ ਬੜਾ ਦਰਸ਼ਨੀ ਸੀ, ਅਸੀਂ ਕਿਹਾ ਉਹਦਾ ਧੰਨਵਾਦ ਕਰੀਏ, ਪਿੱਛੇ ਮੁੜ ਕੇ ਦੇਖਿਆ ਤਾਂ ਕੁਝ ਹੈ ਹੀ ਨਹੀਂ ਸੀ। ਮਹਾਂਪੁਰਖ ਮੁਸਕਰਾਏ, ਕਹਿਣ ਲੱਗੇ ਜੀ ਉਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਪਿਆਰੇ ਸਿੰਘ ਹੋਣੇ ਹੈ, ਉਹ ਤਾਂ ਕੇਵਲ ਸਾਨੂੰ ਆ ਅੰਨ ਪਾਣੀ ਵੀ ਦੇਣ ਆਏ ਸੀ, ਚਲੇ ਗਏ ਅੰਨ ਪਾਣੀ ਦੇ ਕੇ, ਤੁਸੀਂ ਬਣਾਓ। ਉਹ ਸੰਗਤ ਜੀ ਸਾਰੇ ਸਿੰਘ ਰਲ ਗਏ, ਆ ਕੇ ਜਿੰਨੇ ਵੀ ਪਲਟਨ ਸੀ ਤੇ ਉਸ ਸਮੇਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ। ਤਿਆਰ ਜਦੋਂ ਪ੍ਰਸ਼ਾਦਾ ਹੋ ਗਿਆ, ਮਹਾਂਪੁਰਖਾਂ ਨੇ ਵੀ ਛਕਿਆ, ਸਾਰਿਆਂ ਨੇ ਛਕਿਆ ਤੇ ਛਕ ਕਰਕੇ ਬੜੇ ਆਨੰਦ ਦੇ ਵਿੱਚ ਆਏ ਸਨ। ਤੇ ਉਹ ਗੋਰੇ ਨੂੰ ਪਤਾ ਚੱਲਿਆ, ਹਿੱਲ ਨੂੰ, ਉਹ ਆ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਇਹ ਕਿੱਥੋਂ ਚੋਰੀ ਕਰਕੇ ਲਿਆਂਦਾ? ਮਹਾਂਪੁਰਖ ਕਹਿੰਦੇ ਸਾਨੂੰ ਤਾਂ ਚੋਰੀ ਦੀ ਆਦਤ ਨਹੀਂ, ਨਾਲ ਤੁਹਾਡੇ ਇੱਧਰ ਸ਼ਹਿਰ 'ਚ ਇਹੋ ਜਿਹਾ ਅੰਨ ਹੈ ਤਾਂ ਦੱਸੋ ਕਿੱਥੇ ਹੈ? ਚੁੱਪ ਕਰ ਗਿਆ। ਕਹਿਣ ਲੱਗੇ ਫਿਰ ਕਿੱਥੋਂ ਪ੍ਰਾਪਤ ਕੀਤਾ ਤੁਸੀਂ? ਕਹਿੰਦੇ ਤਾਂ ਸਾਡੇ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਲੰਗਰ ਲਾਇਆ ਸੀ, ਉਹ ਜਿੱਥੇ ਸਿੱਖ ਜਾਂਦੇ ਆ ਉੱਥੇ ਮਹਾਰਾਜ ਆਪੇ ਲੰਗਰ ਦਾ ਪ੍ਰਬੰਧ ਕਰ ਹੀ ਦਿੰਦੇ ਨੇ। ਇੱਥੇ ਵੀ ਅਸੀਂ ਆਏ ਸਾਂ ਤੇ ਉਹਨਾਂ ਨੇ ਪ੍ਰਬੰਧ ਕਰ ਦਿੱਤਾ ਹੈ, ਤੇ ਹੁਣ ਬਾਕੀ ਜਿਹੜਾ ਹੈ ਉਹ ਹੁਣ ਅੱਜ ਸ਼ਾਮਾਂ ਤੱਕ ਉੱਧਰੋਂ ਪੰਜਾਬ ਵਾਲੇ ਪਾਸਿਓਂ ਬੇੜਾ ਭਰ ਕੇ ਅੰਨ ਦਾ ਆ ਹੀ ਜਾਣਾ। ਉਹ ਕਹਿਣ ਲੱਗਾ ਮੈਂ ਇੱਥੋਂ ਦਾ ਕਮਾਂਡਰ, ਮੈਨੂੰ ਕੋਈ ਖਬਰ ਨਹੀਂ, ਤੁਹਾਨੂੰ ਕਿਵੇਂ ਪਤਾ ਚੱਲ ਗਿਆ ਕਿ ਆ ਜਾਣਾ ਹੈ? ਕਹਿਣ ਲੱਗੇ ਜੀ ਬਸ ਸਾਨੂੰ ਗੁਰੂ ਨਾਨਕ ਸਾਹਿਬ ਨੇ ਆਪ ਹੀ ਖਬਰਾਂ ਦੇ ਦਿੱਤੀਆਂ ਨੇ। ਉਹ ਸ਼ਾਮਾਂ ਹੋਈਆਂ ਤੇ ਸੰਗਤ ਜੀ ਵਾਕਈ ਬੇੜਾ ਉੱਥੇ ਆ ਗਿਆ, ਅੰਨ ਦਾ ਭਰਿਆ ਹੋਇਆ। ਉਹਦੇ ਫਿਰ ਮਨ ਵਿੱਚ ਬੜੀ ਸ਼ਰਧਾ ਵੱਜ ਗਈ ਸੀ ਮਹਾਂਪੁਰਖਾਂ ਦੇ ਨਾਲ।
ਤੋ ਐਸੇ ਜਿਹੜੇ ਮਹਾਂਪੁਰਖ ਸੰਗਤ ਜੀ ਉਹ ਇੱਥੇ ਦੱਸ ਰਹੇ ਹੈ ਬਾਬਾ ਗੁਰਬਚਨ ਸਿੰਘ ਜੀ ਕਿ ਉਹਨਾਂ ਨੇ ਐਸਾ ਜੀਵਨ ਉੱਥੇ ਰੱਖਿਆ ਤੇ ਉਹਨੇ ਦਿਨ ਕੁਝ ਵੀ ਖਾਧਾ ਪੀਤਾ ਨਹੀਂ ਸੀ, ਗੋਰੇ ਦੇ ਹੱਥਾਂ ਦਾ ਕੁਝ ਖਾਣਾ ਨਹੀਂ ਕੀਤਾ ਸੀ। ਹਾਂ, ਜੇ ਕਿਤੇ ਸਿੰਘਾਂ ਦੇ ਮਨ ਵਿੱਚ ਥੋੜ੍ਹੀ ਜਿਹੀ ਘਬਰਾਹਟ ਹੋਈ ਵੀ ਸੀ ਤਾਂ ਫਿਰ ਮਹਾਂਪੁਰਖ ਸੰਗਤ ਜੀ ਗੁਰੂ ਕੀ ਬਾਣੀ ਦਾ ਕੀਰਤਨ ਸੁਣਾ ਕੇ ਉਹਨਾਂ ਅੰਦਰ ਚੜ੍ਹਦੀ ਕਲਾ ਕਰ ਦਿੰਦੇ ਸੀ। ਤੇ ਉਸ ਸਮੇਂ ਕਹਿੰਦੇ ਸੀ ਕਿ ਸਿੱਖੋ ਦੇਖਿਓ, ਆਪਾਂ ਆਪਣਾ ਧਰਮ ਨਹੀਂ ਹਾਰਨਾ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਧਰਮ ਦੇ ਵਿੱਚ ਪ੍ਰਪੱਕ ਰਹਿਣ ਦੀ ਸਿੱਖਿਆ ਦਿੱਤੀ ਹੋਈ ਹੈ। ਬੜੇ ਪਿਆਰ ਦੇ ਵਿੱਚ ਆ ਕੇ ਸੰਗਤ ਜੀ ਫਿਰ ਧਾਰਨਾ ਪੜ੍ਹਦੇ, ਸਾਰੀ ਸੰਗਤ ਸਾਰੇ ਸਿੱਖ ਉਸ ਸਮੇਂ ਨਾਲ ਪੜ੍ਹਿਆ ਕਰਦੇ। ਉਹ ਕਹਿੰਦੇ ਸੀ ਕਿ ਇਹ ਚਰਨੀ ਲੱਗਿਆਂ ਦੀ ਓੜ ਨਿਭਾ ਦਿਓ, ਵਾਹਿਗੁਰੂ ਜੀ ਚਰਨੀ ਲੱਗਿਆਂ ਦੀ। ਫਿਰ ਅੱਗੇ ਸੰਗਤ ਜੀ ਉਹ ਮਹਾਂਪੁਰਖ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਇੱਕ ਵਾਰਤਾ ਸੁਣਾ ਕੇ ਤੇ ਫਿਰ ਸਿੰਘਾਂ ਵਿੱਚ ਦੁਬਾਰਾ ਜੋਸ਼ ਭਰ ਦਿਆ ਕਰਦੇ ਸਨ। ਕਹਿ ਦਿੰਦੇ ਸੀ, ਦੇਖੋ ਭਾਈ, ਇਹ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਤੇ ਇਸੇ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਕਹਿੰਦੇ ਕਿ ਸਾਨੂੰ ਸਾਡੇ ਗੁਰੂਆਂ ਨੇ ਇਹ ਸਿੱਖਿਆ ਦਿੱਤੀ ਹੈ ਕਿ ਜਿਨ੍ਹਾਂ ਦੀ ਬਾਂਹ ਫੜੀ ਹੈ ਨਾ, ਇੱਕ ਵਾਰੀ ਆਪਣਾ ਸਿਰ ਤਾਂ ਕੁਰਬਾਨ ਕਰ ਦਿਓ ਪਰ ਬਾਂਹ ਨਹੀਂ ਛੱਡਣੀ। ਇਹਨਾਂ ਗੋਰਿਆਂ ਦੀ ਅਸੀਂ ਬਾਂਹ ਫੜੀ ਹੈ, ਇਹ ਜਿੱਦਾਂ ਮਰਜ਼ੀ ਕਰਦੇ ਆ, ਪਰ ਆਪਾਂ ਹੁਣ ਆਪਣਾ ਫਰਜ਼ ਨਿਭਾਉਣਾ ਹੈ ਇੱਥੇ, ਤੇ ਸਿੱਖੀ ਦਾ ਨਮੂਨਾ ਪੇਸ਼ ਕਰਨਾ ਹੈ ਇੱਥੇ ਆ ਕੇ। ਫਿਰ ਇਸੇ ਤਰ੍ਹਾਂ ਕਹਿੰਦੇ ਕਿ ਸਾਡੇ ਗੁਰੂ ਦਾ ਇਹ ਵੀ ਹੁਕਮ ਹੈ ਕਿ ਆਪਣਾ ਧਰਮ ਨਹੀਂ ਤਿਆਗਣਾ ਹੈ, ਜੋ ਮਰਜ਼ੀ ਹੋ ਜਾਵੇ ਧਰਮ 'ਚ ਵੀ ਪਰਪੱਕ ਰਹਿਣਾ ਹੈ। ਇਹਨਾਂ ਗੋਰਿਆਂ ਦੇ ਹੱਥਾਂ ਦਾ ਬਣਿਆ ਹੋਇਆ ਖਾਣਾ ਕੁਝ ਨਹੀਂ ਹੈ। ਐਸੀ ਸੰਗਤ ਦੀ ਦ੍ਰਿੜਤਾ ਵਿੱਚ ਆ ਕੇ ਮਹਾਂਪੁਰਖਾਂ ਨੇ ਭੁੱਖ ਤਾਂ ਕੱਟ ਲਈ ਪਰ ਰਹਿਤ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ ਸੀ।